ਸੋ ਦੇਖੋ ਤੁਸੀਂ ਅਕਸਰ ਇਹ ਕਿਤਾਬਾਂ 'ਚ ਪੜ੍ਹਿਆ ਹੈ that rest and motion are relative concepts। ਤੁਹਾਡੇ ਵਿੱਚੋਂ ਕੋਈ ਬੱਚਾ ਕੀ ਇਸ ਚੀਜ਼ ਨੂੰ ਸਮਝਾ ਸਕਦਾ ਹੈ? Yes, sir. Yes. ਅੱਛਾ ਜੈਸਮਨ ਤੁਸੀਂ ਸਮਝਾਓ। ਸਰ ਜਿਵੇਂ ਅਗਰ ਆਪਾਂ ਟ੍ਰੇਨ 'ਚ ਟਰੈਵਲ ਕਰ ਰਹੇ ਹਾਂ ਤਾਂ ਆਪਾਂ ਰੈਸਟ 'ਚ ਹਾਂ, ਲੇਕਿਨ ਅਗਰ ਕੋਈ ਇਨਸਾਨ ਬਾਹਰ ਖੜਾ ਆਪਾਂ ਨੂੰ ਦੇਖ ਰਿਹਾ ਤਾਂ ਉਹਦੇ ਲਈ ਆਪਾਂ ਮੋਸ਼ਨ 'ਚ ਹਾਂ। ਹਾਂਜੀ ਠੀਕ ਹੈ। ਹੋਰ ਕੋਈ ਚੀਜ਼ ਇਸ ਦੇ ਨਾਲ ਹੋਰ ਜੁੜਦੀ ਹੋਏ, ਹੋਰ ਕੋਈ ਚੀਜ਼ ਵੀ ਦੱਸ ਸਕਦੇ ਹੋ? ਸਰ ਆਪਾਂ ਜੇ ਮੰਨ ਲਓ ਟ੍ਰੇਨ ਦੇ ਵਿੱਚ ਆ ਤਾਂ ਜਿਹੜੇ ਆਪਣੇ ਨਾਲ ਪਰਸਨ ਬੈਠਾ ਹੋਊਗਾ ਟ੍ਰੇਨ 'ਚ ਉਹ ਆਪਾਂ ਇੱਕ ਦੂਜੇ ਲਈ ਰੈਸਟ ਦੇ ਵਿੱਚ ਆ, ਪਰ ਜੇ ਆਪਾਂ ਬਾਹਰੋਂ ਕਿਸੇ ਨੂੰ ਦੇਖ ਰਹੇ ਜਾਂ ਬਾਹਰੋਂ ਆਪਾਂ ਨੂੰ ਕੋਈ ਦੇਖ ਰਿਹਾ ਤਾਂ ਉਹਦੇ ਵਾਸਤੇ ਆਪਾਂ ਮੋਸ਼ਨ ਦੇ ਵਿੱਚ ਆ। ਹਾਂ ਵੈਰੀ ਗੁੱਡ। ਤੇ ਬਿਲਕੁਲ ਜਦੋਂ ਕੋਈ ਬਾਹਰ ਬੰਦਾ ਖੜਾ ਹੈ ਤੇ ਜਦੋਂ ਅਸੀਂ ਵੀ ਉਹਨੂੰ ਦੇਖ ਰਹੇ ਹਾਂ ਤਾਂ ਸਾਡੇ ਲਈ ਉਹ ਮੋਸ਼ਨ 'ਚ, ਚਾਹੇ ਟ੍ਰੇਨ ਸਾਡੀ ਚੱਲ ਰਹੀ ਹੈ। ਇਸ ਲਈ ਸਾਨੂੰ ਜਦੋਂ ਟ੍ਰੇਨ 'ਚ ਜਾ ਰਹੇ ਹਾਂ ਸਾਨੂੰ ਐਂ ਲੱਗਦਾ ਸਾਰੇ ਜਿਹੜੇ ਪੇੜ ਨੇ ਪਿੱਛੇ ਜਾ ਰਹੇ ਨੇ, ਹਨਾ? Yes, sir. ਜਾਂ ਅਸੀਂ ਅੱਗੇ ਰਹੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਅਸੀਂ ਰੈਸਟ ਜਾਂ ਮੋਸ਼ਨ ਕਿਸੇ ਵੀ ਚੀਜ਼ ਨੂੰ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਰੈਸਟ ਵਿੱਚ ਆ ਕੇ ਮੋਸ਼ਨ 'ਚ ਹੈ। ਤੁਹਾਨੂੰ ਉਹਦੇ ਲਈ ਕੋਈ ਨਾ ਕੋਈ ਰੈਫਰੈਂਸ ਪੁਆਇੰਟ ਜਾਂ ਰੈਫਰੈਂਸ ਜਾਂ ਕੋਈ ਆਬਜ਼ਰਵਰ ਸੈੱਟ ਕਰਨਾ ਪਏਗਾ ਕਿ ਉਹਦੇ ਵਿਦ ਰਿਸਪੈਕਟ ਟੂ ਰੈਸਟ ਵਿੱਚ ਹੈ ਜਾਂ ਮੋਸ਼ਨ ਵਿੱਚ ਹੈ। ਕਲੀਅਰ ਹੈ ਗੱਲ? ਯੈਸ ਸਰ। यानी कि tree also can be in motion. Tree can also be in motion if you are moving towards the tree or away from the tree, या फिर ਉਹਦੇ ਸਾਈਡ ਤੋਂ ਨਿਕਲ ਰਹੇ ਤੁਸੀਂ। ਮੰਨ ਲਓ ਇੱਥੇ ਟਰੀ ਹੈ, ਉਹ ਤਾਂ ਵਿਚਾਰਾ ਖੜਾ ਆ, ਉਹ ਕਹਿੰਦਾ ਮੈਨੂੰ ਮੋਸ਼ਨ 'ਚ ਕਹੀ ਜਾਂਦੇ ਬਈ ਮੈਂ ਤਾਂ ਕਿਤੇ ਗਿਆ ਹੀ ਨਹੀਂ, ਮੈਂ ਤਾਂ ਇੱਥੇ ਹੀ ਬਹੁਤ ਟਾਈਮ ਤੋਂ ਪਿਆ। ਹੁਣ ਇੱਥੇ ਰੋਡ ਹੈਗੀ ਆ, ਹੁਣ ਰੋਡ ਤੇ ਤੁਸੀਂ ਇੱਧਰ ਨੂੰ ਜਾ ਰਹੇ ਹੋ ਤੇ ਤੁਸੀਂ ਜਦੋਂ ਇੱਧਰੋਂ ਦੇਖਦੇ ਹੋ ਟਰੀ ਵੱਲ ਤਾਂ ਤੁਹਾਡੀ ਪੋਜੀਸ਼ਨ ਆਇਆ ਨਾ ਟਰੀ ਦੀ। Yes, sir. ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਪੋਜੀਸ਼ਨ ਆਇਆ, ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਪੋਜੀਸ਼ਨ ਆਇਆ। ਤੁਸੀਂ ਕਹਿ ਰਹੇ ਪੋਜੀਸ਼ਨ ਬਦਲ ਰਹੀ ਹੈ ਤਾਂ ਤੁਸੀਂ ਕੀ ਕਹੋਗੇ? ਟਰੀ ਇਜ਼ ਇਨ Motion. yeah, with respect to you। and ਜੇ ਟਰੀ ਮੰਨ ਲਓ ਜੇ ਟਰੀ ਦੇਖ ਸਕਦਾ ਹੋਵੇ ਜਾਂ ਟਰੀ ਤੇ ਮੰਨ ਲਓ ਕੋਈ ਬਾਂਦਰ ਬੈਠਾ ਉਹ ਤੁਹਾਨੂੰ ਦੇਖ ਰਿਹਾ ਤੇ ਉਹਦੇ ਲਈ ਪੋਜੀਸ਼ਨ ਤੁਹਾਡੀ ਦੇਖੀ ਜਾਏਗੀ ਇਸ ਤਰ੍ਹਾਂ, ਉਹ ਤੁਹਾਨੂੰ ਦੇਖ ਰਿਹਾ ਇਸ ਤਰ੍ਹਾਂ, ਹਨਾ? ਆਏਗਾ ਨਾ ਵੇ ਐਰੋ ਪੋਜੀਸ਼ਨ ਦਾ। ਉਹ ਵੀ ਕਹਿ ਰਿਹਾ ਵਾਹ ਪੋਜੀਸ਼ਨ ਤਾਂ ਬਦਲ ਰਹੀ ਹੈ, ਹਨਾ? ਤਾਂ ਫਿਰ ਉਹਦੇ ਵਿਦ ਰਿਸਪੈਕਟ ਟੂ ਤੁਸੀਂ ਕੀ ਹੋ? ਇਨ ਮੋਸ਼ਨ। ਯੂ ਆਰ ਇਨ ਮੋਸ਼ਨ ਵਿਦ ਰਿਸਪੈਕਟ ਟੂ ਟਰੀ। ਕਲੀਅਰ ਹੈ ਗੱਲ? Yes, sir. ਤੇ ਆਪਾਂ ਇਸ ਚੀਜ਼ ਨੂੰ ਜਿਸ ਚੀਜ਼ ਤੋਂ ਆਪਾਂ ਲੈ ਕੇ ਚੱਲੇ ਸੀ that is called position, ਯਾਦ ਰੱਖਣਾ। and the rate of change of position is called velocity, and the change in position is called displacement। change in position is called displacement। ਇਸ ਬਾਰੇ ਆਪਾਂ ਡਿਟੇਲ ਚ ਗੱਲ ਕਰ ਚੁੱਕੇ ਹਾਂ। and that's why displacement can be positive or negative depending upon, ਖਾਸ ਕਰਕੇ positive or negative in the sense ਇਹਦੀ ਸੈਂਸ ਉਦੋਂ ਹੀ ਬਣਦੀ ਹੈ ਜਦੋਂ ਤੁਸੀਂ ਸਟ੍ਰੇਟ ਲਾਈਨ ਮੋਸ਼ਨ ਚ ਕੰਮ ਕਰ ਰਹੇ ਹੋ। ਤੇ ਹੁਣ ਅਸੀਂ ਕਰ ਵੀ ਉਹੀ ਰਹੇ ਹਾਂ, ਅਸੀਂ ਸਿਰਫ ਮੋਸ਼ਨ ਇਨ ਸਟ੍ਰੇਟ ਲਾਈਨ ਪੜ੍ਹ ਰਹੇ ਹਾਂ ਤੇ ਉਹਦੇ ਵਿੱਚ ਹੀ ਡੀਲ ਕਰ ਰਹੇ ਹਾਂ। ਹੁਣ ਬਹੁਤ ਧਿਆਨ ਨਾਲ ਸਮਝੋ, ਜਿਹੜਾ ਮੋਸ਼ਨ ਹੈ ਬਹੁਤ ਵਧੀਆ ਕੀਤਾ ਤੁਸੀਂ, ਮੇਰਾ ਕੰਮ ਬੜਾ ਆਸਾਨ ਕੀਤਾ, ਦੋ ਬੱਚਿਆਂ ਨੇ ਜਿਹੜਾ ਵਿੱਚ ਐਕਸਪਲੇਨ ਕਰਤਾ ਇਹਨੂੰ। ਮੋਸ਼ਨ ਦੇਖੋ ਕੀ ਹੈ। ਹੁਣ ਰੈਸਟ ਤੋਂ ਛੱਡ ਦਿਓ, ਆਪਾਂ ਮੋਸ਼ਨ ਚ ਆ ਗਏ ਵੀ ਜਦੋਂ ਮੋਸ਼ਨ ਹੋ ਰਿਹਾ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ। ਮੋਸ਼ਨ ਆਪਣਾ ਹੁੰਦਾ ਹੈ ਜਾਂ ਤਾਂ ਯੂਨੀਫਾਰਮ ਮੋਸ਼ਨ, ਯੂਨੀਫਾਰਮ ਮੋਸ਼ਨ। ਯੂਨੀਫਾਰਮ ਮੋਸ਼ਨ ਅਸੀਂ ਕਿਹਨੂੰ ਕਹਿੰਦੇ ਆ? ਜਦੋਂ ਵੈਲੋਸਿਟੀ ਬਿਲਕੁਲ ਕਾਂਸਟੈਂਟ ਰਹਿੰਦੀ ਹੈ। ਤੇ ਜਦੋਂ ਵੈਲੋਸਿਟੀ ਬਿਲਕੁਲ ਕਾਂਸਟੈਂਟ ਰਹਿੰਦੀ ਹੈ ਤਾਂ ਆਪਾਂ ਉੱਥੇ ਕਹਿ ਸਕਦੇ ਹਾਂ ਕਿ ਐਕਸਲਰੇਸ਼ਨ ਤਾਂ ਹੋ ਹੀ ਨਹੀਂ ਰਹੀ ਨਾ। Yes, sir. ਯਾਨੀ ਮੰਨ ਲਓ ਵੈਲੋਸਿਟੀ ਅਗਰ 3 ਹੈ ਤਾਂ dv/dt ਕੀ ਹੋਏਗਾ ਦੱਸੋ? 0। ਹੁਣ ਤੇ ਪਤਾ ਲੱਗ ਰਿਹਾ ਨਾ। ਹੁਣ ਇਹਦਾ ਮਤਲਬ ਵੈਲੋਸਿਟੀ ਦਾ ਚੇਂਜ ਤਾਂ ਹੋਣਾ ਹੀ ਨਹੀਂ। ਜੇ ਅਗਰ ਵੈਲੋਸਿਟੀ ਬਦਲਣੀ ਨਹੀਂ ਐਂਡ ਐਕਸਲਰੇਸ਼ਨ ਇਜ਼ ਰੇਟ ਆਫ ਚੇਂਜ ਆਫ ਵੈਲੋਸਿਟੀ ਤਾਂ ਐਕਸਲਰੇਸ਼ਨ ਇੱਥੇ ਕੀ ਹੁੰਦੀ ਹੈ? 0। ਐਕਸਲਰੇਸ਼ਨ ਨਹੀਂ ਬਦਲਦੀ, ਵੈਲੋਸਿਟੀ ਕਾਂਸਟੈਂਟ ਰਹਿੰਦੀ ਹੈ। ਸੋ ਇਸ ਜਗ੍ਹਾ ਤੇ ਬੜੀ ਇੰਪੋਰਟੈਂਟ ਗੱਲ ਹੈ, we can use ਜਾਂ we use only one equation of motion। ਅਸੀਂ ਸਿਰਫ ਇੱਕ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰਦੇ ਆ ਜਿਹਨੂੰ ਕਹਿੰਦੇ ਆ ਵੀ ਡਿਸਪਲੇਸਮੈਂਟ ਇਜ਼ ਇਕੁਅਲ ਟੂ ਜਿਹੜੀ ਵੈਲੋਸਿਟੀ ਕਾਂਸਟੈਂਟ ਹੈ ਇਨਟੂ ਜਿੰਨਾ ਟਾਈਮ ਲੱਗਦਾ ਹੈ ਆਬਜੈਕਟ ਨੂੰ ਟਾਈਮ। ਆ ਗੱਲ ਕਲੀਅਰ ਹੈ ਗੱਲ? ਯੈਸ ਸਰ। ਇਸ ਨੂੰ ਅਸੀਂ ਐਵੇਂ ਲਿਖ ਸਕਦੇ ਹਾਂ, ਜੇ ਸਾਨੂੰ ਪੋਜੀਸ਼ਨਸ ਦਿੱਤੀਆਂ ਹੋਣ ਅਸੀਂ ਲਿਖ ਸਕਦੇ ਹਾਂ ਦਾ ਫਾਈਨਲ ਪੋਜੀਸ਼ਨ
माइनस इनिशियल पोजीशन इज इक्वल टू वेलोसिटी जिन्नी कांस्टेंट है इज इक्वल टू फाइनल टाइम माइनस इनिशियल टाइम। ਇਹ ਗੱਲ ਤੇ ਉੱਪਰ ਵਾਲੀ ਗੱਲ ਦੇਖ ਕੇ ਕਨਫਿਊਜ਼ ਤਾਂ ਨਹੀਂ ਹੋ ਗਏ ਹੁਣ? No, sir. ਸੋ ਆਹ ਜਿਹੜੀ ਗੱਲ ਹੈ ਇਹ ਬੇਸਿਕਲੀ ਇਸੇ ਗੱਲ ਨੂੰ ਆਪਾਂ ਇਲੈਬੋਰੇਟ ਕਰਕੇ ਪੋਜੀਸ਼ਨ ਫਾਰਮ ਵਿੱਚ ਲਿਖਿਆ ਹੈ। ਦਿਸ ਇਜ਼ ਅਬਾਊਟ ਯੂਨੀਫਾਰਮ ਮੋਸ਼ਨ। ਤੁਹਾਡੇ ਨੋਟਸ ਦੇ ਵਿੱਚ ਆਹ ਚਾਰਟ ਬਣਿਆ ਹੋਣਾ ਚਾਹੀਦਾ ਹੈ, ਤੁਹਾਡੇ ਕੰਮ ਇਹ ਆਏਗਾ। ਡੈਰੀਵੇਸ਼ਨ ਤਾਂ ਆਪਾਂ ਹੁਣ ਕਰਾਵਾਂਗੇ ਅੱਗੇ। ਸੋ ਦਿਸ ਇਜ਼ ਅਬਾਊਟ यूनिफॉर्म मोशन। दूसरा है कि अगर मोशन यूनिफॉर्म ना होए यानी वेलोसिटी लगातार बदल रही होए या बार बार बदल रही होए तो अपना आ मोशन असल में ज्यादातर अपने लाइफ च ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। कुछ ट्रेन्स ने ਜਿਹੜੀ यूनिफॉर्म मोशन ਨਾਲ ਚੱਲਦੀਆਂ ਨੇ, ਯਾਨੀ ਸ਼ੁਰੂ ਵਿੱਚ ਨਹੀਂ, ਕਿਉਂਕਿ ਟ੍ਰੇਨ ਜੋ ਸ਼ੁਰੂ ਵਿੱਚ 0 ਤੋਂ ਸਟਾਰਟ ਹੁੰਦੀ ਹੈ ਤਾਂ ਫਿਰ ਐਕਸਲਰੇਟ ਹੁੰਦੀ ਹੈ 40 50 60 ਜੋ ਵੀ ਟ੍ਰੇਨ ਦੀ ਸਪੀਡ ਹੋਵੇ 60 ਤੇ ਫਿਰ ਫਿਕਸ ਕਾਫੀ ਦੇਰ ਤੱਕ ਚੱਲਦੀ ਹੈ। ਸੋ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਕੈਨ ਯੂਜ਼ ਦਿਸ ਇਕੁਏਸ਼ਨ, ਹੈ ਨਾ। पर अगर मोशन नॉन यूनिफॉर्म हो यानी यूनिफॉर्म ना हो इनू बोलते हैं नॉन यूनिफॉर्म मोशन। तो इन्हां चीज़ां नू डिफर करना आना चाहिए है, तो पता होना चाहिए है कि ये केड़ा टाइप ऑफ मोशन है तो केड़ी इक्वेशन यूज कर सकते हैं केड़ी नहीं। नॉन यूनिफॉर्म मोशन अगे ना फिर दो तरह का होता है, याद रखना। ये एक होता है यूनिफॉर्मली, ये एक यूनिफॉर्मिटी आ गई पर की एक्सेलरेशन, एक्सेलरेटेड मोशन, यूनिफॉर्मली एक्सेलरेटेड मोशन। ते एक की हुंदा है जिहदे विच की एक्सेलरेशन की हुंदी है कांस्टेंट, यानी इत्थे वेलोसिटी जिहड़ी है वो चेंज हुंदी है, वेलोसिटी चेंजेस, ठीक है, वेलोसिटी चेंज हुंदी है बट जो एक्सेलरेशन है वो हुंदी है कांस्टेंट। समझ लगी सबनू? यस सर। यानी कि अगर इसे तरह इत्थे भी मैं अलग अलग टाइम्स ते गल करा तो मान लो पहला t1 टाइम है, t1 टाइम ते वेलोसिटी नु असी u नाल डिनोट करते हैं जिन्हों कहते हैं इनिशियल वेलोसिटी, भी इस टाइम ते वेलोसिटी इन्नी सी पर जिवें जिवें टाइम वधिया तो उहदे नाल वेलोसिटी या घटेगी या वधेगी डिपेंडिंग अपॉन द एक्सेलरेशन, है ना। इहदे बारे आपां होर डिटेल च जावांगे। तो t2 टाइम ते जिहड़ी वेलोसिटी आपां की कहते हैं उहनूं v, यानी वेलोसिटी के लिए इतने सिर्फ v यूज कर रहे सी, इस जगह ते असीं आके v एंड u दोनों यूज करते हाँ क्योंकि इत्थे वेलोसिटीज दो अलग अलग इंस्टेंट ते अलग अलग हुंदियां ने, इनिशियल वेलोसिटी ते फाइनल वेलोसिटी। ते तुहानूं ये सब गल्लां तां पता ही सी, बस आपां हुण डेरिवेशन च पावांगे। एक्सेलरेशन कांस्टेंट है, u ते भी दो वेलोसिटीज हो गईयां ते देखो इत्थे पोजीशन चेंज होएगी कि नहीं दसो, होएगी ना। तो इत्थे पोजीशन भी दो होणगीयां, x2 माइनस x1 ਉਹਨੂੰ ਹੀ ਅਸੀਂ ਕਵਾਂਗੇ डिस्प्लेसमेंट, ठीक है। ਤੇ टाइम इंटरवल ਸਾਡਾ ਆਏਗਾ t2 माइनस T1। ਇੱਥੇ ਜਿਹੜਾ ਇਹ t ਹੈ ਬੇਸਿਕਲੀ ਇਹ टाइम इंटरवल ਸੀਗਾ, ਯਾਦ ਰੱਖਣਾ। ਇੱਥੇ ਮੈਂ ਲਿਖ ਵੀ ਦਿੰਦਾ ਹਾਂ this was time interval ਨਾ, ਅਸਲ ਵਿੱਚ ਕਿੰਨੇ ਸੈਕਿੰਡ ਲੱਗੇ ਆਪਾਂ ਪੁੱਟ ਕਰਦਾ ਉਹਨੇ ਸੈਕਿੰਡ। so this is basically time interval, the difference of two instants। ਉਹਨੂੰ ਨੀਚੇ ਮੈਂ instant form ਚ ਲਿਖਿਆ। ਆ t1 ਤੇ t2 ਕੀ ਸੀਗੇ, ਇਹ instant ਸੀਗੇ ਅਲੱਗ ਅਲੱਗ। ਹੁਣ ਮੈਂ ਉਮੀਦ ਕਰਦਾ ਹਾਂ ਤੁਹਾਡੇ ਨਾਲ ਇੰਨੀ ਕਲੈਰਿਟੀ ਨਾਲ ਗੱਲ ਹੋਈ ਹੋਈ ਹੈ ਤਾਂ ਤੁਹਾਨੂੰ ਇਹ ਗੱਲ ਯਾਦ ਹੋਏਗੀ, ਠੀਕ ਹੈ ਜੀ। ਗੱਲ ਇਹਨਾਂ ਦੇ ਵਿੱਚ ਫਿਰ ਇਕੁਏਸ਼ਨਸ ਆਫ ਮੋਸ਼ਨ ਕਿਹੜੀਆਂ ਯੂਜ਼ ਕਰਾਂਗੇ ਆਪਾਂ ਦੇਖਾਂਗੇ। ਇਸ ਤੋਂ ਬਾਅਦ ਇੱਕ ਥਰਡ ਟਾਈਪ ਆਫ ਮੋਸ਼ਨ ਇੱਕ ਹੋਰ ਹੁੰਦਾ ਆ, that is called non uniform accelerated motion। non uniform accelerated motion and ਇਸ ਦੀ ਇਹ ਬਹੁਤ ਕੰਪਲੈਕਸ ਟਾਈਪ ਆਫ ਮੋਸ਼ਨ ਹੈ। ਇਹਨੂੰ ਤੁਸੀਂ ਐ ਸਮਝ ਸਕਦੇ ਹੋ ਕਿ ਮੰਨ ਲਓ ਕੋਈ ਬੱਚਾ ਬਹੁਤ ਐਕਟਿਵਾ ਸਟਾਰਟ ਕੀਤਾ ਜਾਂ ਸਕੂਟਰ ਸਟਾਰਟ ਕੀਤਾ ਜਾਂ ਫਿਰ ਬਾਈਕ ਸਟਾਰਟ ਕੀਤਾ ਤੇ ਉਹਨੇ ਬਸ ਹੌਲੀ ਹੌਲੀ ਸਪੀਡ ਗੇਨ ਕਰਨੀ ਸ਼ੁਰੂ ਕੀਤੀ। ਮੰਨ ਲਓ ਪਹਿਲੇ 5 ਸੈਕਿੰਡ ਚ ਉਹ 0 ਤੋਂ 10 ਤੇ ਗਿਆ, ਸੋਚੋ 0 ਤੋਂ 10 ਵੈਲੋਸਿਟੀ ਗੇਨ ਕਰ ਲਈ ਉਹਨੇ। ਫਿਰ ਅਗਲੇ 5 ਸੈਕਿੰਡ ਚ 20 ਤੇ ਗਿਆ, ਅਗਲੇ 5 ਸੈਕਿੰਡ ਚ 30 ਤੇ ਗਿਆ, ਅਗਲੇ 5 ਸੈਕਿੰਡ ਚ 40 ਤੇ ਗਿਆ। ਇਹ ਯੂਨੀਫਾਰਮਲੀ ਐਕਸੈਲਰੇਟ ਹੋ ਰਿਹਾ ਕਿ ਨਾਨ ਯੂਨੀਫਾਰਮਲੀ? नॉन यूनिफॉर्म। सोचो ध्यान नाल सोचो, नॉन यूनिफॉर्म मोशन है पर वेलोसिटी तो ओदी सेम स्पीड सेम रेट नाल बदल रही है ना। 5 सेकंड च 0 तो 10 वेलोसिटी गेन कर ली उन्हें, फिर अगले 5 सेकंड च 10 तो 20 ते चला गया, गेन तो 10 ही की ना उन्हें। यस सर। यानी सेम इक्वल टाइम इंटरवल दे विच अगर इक्वल गेन करता है वेलोसिटी या लूज करता है तो उन्हें यूनिफॉर्मली एक्सेलरेटेड मोशन कहते हैं। नॉन यूनिफॉर्मली ਹੁੰਦਾ ਕਿ ਪਹਿਲਾ ਸ਼ੁਰੂ ਤੋਂ ਉਹਨੇ ਸ਼ੁਰੂ ਚ ਥੋੜਾ ਜਿਹਾ ਉਹਦਾ ਕੰਨ ਘੁਮਾਇਆ ਮੋਟਰਸਾਈਕਲ ਦਾ 0 ਤੋਂ ਲੈ ਕੇ ਉਹ 20 ਤੇ ਆਂਦੇ ਨੂੰ ਉਹਨੂੰ ਲੱਗੇ 10 ਸੈਕਿੰਡ,
ਬਾਅਦ 'ਚ ਉਹਨੇ ਇੱਕਦਮ ਹੀ ਮਤਲਬ ਜ਼ੋਰ ਦੀ ਮਤਲਬ ਕਰਦਾ ਤੇ ਰੇਸ ਇੱਕਦਮ ਤੋਂ ਗੇਨ ਕਰ ਲਈ ਉਹਨੇ, ਅਗਲੇ 5 ਸੈਕਿੰਡ 'ਚ ਹੀ ਉਹ 20 ਤੋਂ ਸਿੱਧਾ 60 ਤੇ ਚਲਾ ਗਿਆ। ਫਿਰ ਉੱਥੇ ਨਾਨ ਯੂਨੀਫਾਰਮ ਐਕਸਲਰੇਟਡ ਮੋਸ਼ਨ ਹੈ ਨਾ। ਉੱਥੇ ਅਸੀਂ ਇਕੁਏਸ਼ਨਸ ਆਫ ਮੋਸ਼ਨ ਯੂਜ਼ ਨਹੀਂ ਕਰਦੇ, ਇਹਨੂੰ ਆਪਾਂ ਅਲੱਗ ਤਰ੍ਹਾਂ ਡੀਲ ਕਰਦੇ ਹਾਂ। ਇਹ ਆਪਣਾ ਕੰਪੀਟੀਸ਼ਨ ਦੇ ਲਈ ਹੈ, ਸਿਰਫ ਦੇਖ ਲਓ ਮੈਂ ਇੱਥੇ ਲਿਖ ਰਿਹਾ ਪਹਿਲਾਂ ਹੀ। ਆਪਾਂ ਜੋ ਹੁਣ ਤੱਕ ਕੰਮ ਕਰ ਰਹੇ ਆ ਆਪਣਾ ਕੰਪੀਟੀਸ਼ਨ ਲਈ ਵੀ ਹੈ ਇਹਦੇ ਕੁਐਸਚਨਸ ਤੇ ਇਹਦੇ ਕੁਐਸਚਨ ਸਕੂਲ ਐਗਜ਼ਾਮ ਲਈ ਵੀ ਹੈਗੇ ਨੇ। ਦਿਸ ਇਜ਼ ਫॉर ਕੰਪੀਟੀਸ਼ਨ। ਇਹਨੂੰ ਅਸੀਂ ਜਦੋਂ ਕਰਾਂਗੇ, ਇਹ ਆਪਾਂ ਐਂਡ ਵਿੱਚ ਕਰਾਂਗੇ ਤੇ ਉਦੋਂ ਤੁਸੀਂ ਉਹਨੂੰ ਅਲੱਗ ਤੋਂ ਆਪਣੇ ਕਾਪੀ 'ਚ ਮੈਂਸ਼ਨ ਕਰ ਲੈਣਾ ਕਿ ਦੈਟ ਦਿਸ ਇਜ਼ ਫॉर ਕੰਪੀਟੀਸ਼ਨ ਓਨਲੀ। ਮੈਂ ਤੁਹਾਨੂੰ ਦੱਸ ਵੀ ਦੂੰਗਾ, ਇੱਥੇ ਲਈ ਤੁਹਾਨੂੰ ਲੋੜ ਨਹੀਂ ਹੈ। ਸਕੂਲ ਐਗਜ਼ਾਮ, ਬੋਰਡ ਐਗਜ਼ਾਮ, CBSE ਦੇ ਲਈ ਲੋੜ ਨਹੀਂ ਹੈ, ਉਹਦੇ ਲਈ ਆਪਣਾ ਸਰ ਜੂਗਾ। ਪਰ ਇੱਕ ਚੀਜ਼ ਹਲੇ ਦੂਸਰੇ ਪਾਰਟ 'ਚ ਹੁਣ ਆਨੇ ਆ ਵਾਪਸ, ਇੱਥੇ ਮਿਸਿੰਗ ਹੈ ਕੀ ਇਕੁਏਸ਼ਨ ਆਫ ਮੋਸ਼ਨ। ਇੱਥੇ ਇਕੁਏਸ਼ਨ ਆਫ ਮੋਸ਼ਨ ਹੈਗੀ ਨਾ, ਤਾਂ ਇੱਥੇ ਵੀ ਤਾਂ ਇਕੁਏਸ਼ਨ ਆਫ ਮੋਸ਼ਨ ਹੋਣਗੀਆਂ। ਉਹ ਕਿਹੜੀਆਂ ਹੁੰਦੀਆਂ ਨੇ ਉਹਦੇ ਬਾਰੇ ਮੈਂ ਨੈਕਸਟ ਪੇਜ ਤੇ ਗੱਲ ਕਰਨਾ, ਇੱਥੇ ਜਗ੍ਹਾ ਨਹੀਂ ਬਚੀ। ਸੋ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦੇ ਵਿੱਚ ਜੋ ਇਕੁਏਸ਼ਨਸ ਆਫ ਮੋਸ਼ਨ ਅਸੀਂ ਯੂਜ਼ ਕਰਦੇ ਹਾਂ, ਦੇਖੋ ਉਹ ਤੁਸੀਂ ਯੂਜ਼ ਤਾਂ ਪਹਿਲਾਂ ਵੀ ਕਰਦੇ ਰਹੇ ਹੋ। V is equal to U plus AT। ਇੱਥੇ T ਕੀ ਹੈ? Time टाइम इंटरवल। या फिर दूसरा कहने हैं S is equal to U into T plus half AT square। ਇੱਥੇ ਵੀ T टाइम इंटरवल ਤੇ S डिस्प्लेसमेंट है। हाँ जी नीलांचल पूछो। सर एक बार यूनिफॉर्मली एक्सलरेटेड मोशन च तूने T1 V ਤੇ U ਕਿਉਂ ਲਿਖਿਆ? T1 मतलब इनिशियल टाइम ना, मान लो ਤੁਸੀਂ ਇਸ ਟਾਈਮ ਸ਼ੁਰੂ ਕੀਤਾ ਦੇਖਣਾ ਤੇ ਕਿਸੇ ਕਾਰ ਦੀ ਵੈਲੋਸਿਟੀ U ਹੈ ਤੇ ਥੋੜੀ ਦੇਰ ਬਾਅਦ T2 ਟਾਈਮ ਤੇ ਉਹਦੀ ਵੈਲੋਸਿਟੀ ਬਦਲ ਗਈ ਹੈ ਨਾ। ਓਕੇ ਸਰ। ਤਾਂ ਬਦਲ ਕੇ ਕੁਝ ਹੋ ਗਈ ਹੋਏਗੀ, ਜੋ ਹੋ ਗਈ ਹੋਏਗੀ ਉਹਨੂੰ ਵੀ ਕਹਿ ਦਿੰਦੇ ਆ। 9th ਕਲਾਸ ਚ ਇਹਨੂੰ ਯੂਜ਼ ਕਰਦੇ ਸੀ ਆਪਾਂ U ਵੀ, ਹਨਾ। ਸਰ ਆ ਇਕੁਏਸ਼ਨ ਨਾਨ ਯੂਨੀਫਾਰਮ ਤੇ ਨਹੀਂ ਕੰਮ ਕਰਦੀ? ਨਾਨ ਯੂਨੀਫਾਰਮ ਐਕਸਲਰੇਟਡ ਇਹ ਨਾਨ ਯੂਨੀਫਾਰਮ ਮੋਸ਼ਨ ਚ ਕੰਮ ਕਰਦੀ ਹੈ, ਪਰ ਐਕਸਲਰੇਸ਼ਨ ਯੂਨੀਫਾਰਮ ਹੋਣੀ ਬਹੁਤ ਜ਼ਰੂਰੀ ਹੈ। ਇਹੀ ਤਾਂ ਸਿਖਾ ਰਿਹਾ ਤੁਹਾਨੂੰ, ਤਾਂ ਹੀ ਤਾਂ ਤੁਹਾਨੂੰ 9th ਕਲਾਸ ਵਾਲੇ ਉਹ ਜਿਹੜੇ ਕਨਫਿਊਜ਼ਨ ਹੈਗੀ ਉਹ ਤੋਂ ਦੂਰ ਕਰ ਰਹੇ ਆਪਾਂ। ਇੱਥੇ ਐਕਸਲਰੇਸ਼ਨ ਅਗਰ ਕਾਂਸਟੈਂਟ ਨਹੀਂ ਹੈ ਤਾਂ ਇਹ ਸਾਰੇ ਇਕੁਏਸ਼ਨਸ ਬਿਲਕੁਲ ਖਰਾਬ ਹੋ ਜਾਂਦੇ ਨੇ, ਦੈਨ ਤੁਹਾਡਾ ਇਹ ਨਹੀਂ ਯੂਜ਼ ਕਰ ਸਕਦੇ ਤੁਸੀਂ। ਯਾਨੀ ਇੱਥੇ ਇਹ ਮੋਸ਼ਨ ਤਾਂ ਨਾਨ ਯੂਨੀਫਾਰਮ ਹੀ ਹੈ ਨਾ। ਦੇਖੋ ਮੈਂ ਕੈਟਾਗਰੀ ਬਣਾਈ ਨਾ, ਨਾਨ ਯੂਨੀਫਾਰਮ ਮੋਸ਼ਨ ਦੀ ਕੈਟਾਗਰੀ ਚੱਲ ਰਹੀ ਹੈ। ਕਲੀਅਰ? Yes, sir. ਤੇ ਇੱਥੇ ਇਸ ਇਕੁਏਸ਼ਨ ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ? ਇਸ ਇਕੁਏਸ਼ਨ ਨੂੰ ਦੇਖੋ, ਜੇ S ਨੂੰ ਮੈਂ ਐਵੇਂ ਦਾ ਲਿਖ ਸਕਦਾ ਨਾ, ਆ ਇਨੀਸ਼ੀਅਲ ਪੋਜੀਸ਼ਨ, ਆ ਫਾਈਨਲ ਪੋਜੀਸ਼ਨ, ਹੈ ਨਾ। U ਨੂੰ ਤੁਸੀਂ U ਹੀ ਲਿਖਿਆ ਰਹਿਣ ਦਿਓ, ਫਿਰ ਤੁਸੀਂ ਟਾਈਮ ਇੰਟਰਵਲ ਨੂੰ T2 - T1 ਵੀ ਲਿਖ ਸਕਦੇ ਹੋ, ਹੈ ਕਿ ਨਹੀਂ? ਯੈਸ ਸਰ। A ਨੂੰ A ਹੀ ਲਿਖੋਗੇ ਕਿਉਂਕਿ A ਨੂੰ ਤਾਂ ਕੁਝ ਹੋਣਾ ਹੀ ਨਹੀਂ ਨਾ, ਇਨੀਸ਼ੀਅਲ ਫਾਈਨਲ ਦੀ ਕੋਈ ਗੱਲ ਹੀ ਨਹੀਂ ਹੈ। ਐਂਡ ਦਿਸ ਇਜ਼ T2 - T1 ਦਾ ਹੋਲ ਸਕੁਅਰ। ਸੋ ਇਸ ਨੂੰ ਇਸ ਫਾਰਮ ਦੇ ਵਿੱਚ ਤੁਸੀਂ ਨਹੀਂ ਯੂਜ਼ ਕਰਦੇ ਮੋਸਟਲੀ, ਇਸ ਲਈ ਤੁਹਾਨੂੰ ਮੈਂ ਦੱਸ ਰਿਹਾ ਕਿ ਆਪਾਂ ਹੁਣ ਇਸ ਫਾਰਮ 'ਚ ਵੀ ਯੂਜ਼ ਕਰਾਂਗੇ। ਤੇ ਕੁਐਸਚਨ ਕੱਲ ਇੱਕ ਬੱਚਾ ਪੁੱਛ ਰਿਹਾ ਸੀ ਕਿ ਸ਼ਾਇਦ ਉਹਦੇ ਪੋਜੀਸ਼ਨ ਗਿਵਨ ਹੈ ਨਾ, ਇਨੀਸ਼ੀਅਲੀ ਇਟ ਇਜ਼ ਐਟ ਪੋਜੀਸ਼ਨ ਦਿਸ ਮਚ, ਬਾਅਦ ਸਵਾਲ ਸੀਗਾ ਤਾਂ ਇਹਦਾ ਮਤਲਬ ਉੱਥੇ x1 ਗਿਵਨ ਸੀ ਨਾ, x2 ਨਹੀਂ ਗਿਵਨ ਸੀ, x2 ਇੱਥੇ ਪੁੱਟ ਕਰ ਦੇਣੀ ਸੀ ਤੇ ਫਾਈਂਡ ਕਰ ਲੈਣੀ ਸੀ। ਮੈਂ ਦੱਸੂਗਾ ਹੁਣੇ ਕਰਵਾਉਂਗਾ। ਦੱਸੋ ਇਹ ਗੱਲ ਕਲੀਅਰ ਹੋਈ ਸਭ ਨੂੰ? ਇਸ ਇਕੁਏਸ਼ਨ ਦਾ ਦੂਸਰਾ ਰੂਪ ਜਿਹੜਾ ਆ ਕਿਵੇਂ ਸਮਝਾਇਆ? Yes, sir. ਫਿਰ ਇਸੇ ਤਰ੍ਹਾਂ ਜਿਹੜੀ ਤੁਸੀਂ ਕਰਦੇ ਹੋ ਇੱਕ ਹੋਰ ਇਕੁਏਸ਼ਨ ਯੂਜ਼ ਕਰਦੇ ਹੋ, ਉਹ ਹੁੰਦੀ ਹੈ v square Minus U square is equal to 2AS. 2as। ਆ ਹੋ ਗਈਆਂ ਆਪਣੀ ਇਕੁਏਸ਼ਨਸ ਆਫ ਮੋਸ਼ਨ। ਇਸ ਜਗ੍ਹਾ ਤੇ ਇੱਕ ਫੋਰਥ ਇਕੁਏਸ਼ਨ ਹੋਰ ਹੈਗੀ ਹੈ, ਉਹ ਹੋਗੀ Snth। ਇਹ ਕਿੱਥੋਂ ਆਉਂਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਹੁਣੇ ਡਿਰਾਈਵ ਕਰਕੇ ਦੱਸ ਦਿੰਦਾ ਤੇ ਇਹਦਾ ਮਤਲਬ ਸਮਝਾ ਦਿੰਦਾ। ਇਹ ਬਹੁਤ ਯੂਜ਼ਫੁਲ ਹੈ ਆਪਾਂ ਨੂੰ। ਜ਼ਿਆਦਾਤਰ ਇਹਦੇ ਰਿਲੇਟਡ ਕੁਐਸਚਨ ਪੁੱਛ ਲਏ ਜਾਂਦੇ ਨੇ +1 ਚ, ਕਿਉਂਕਿ ਉੱਪਰਲੀਆਂ ਤਾਂ ਤੁਹਾਨੂੰ ਪਤਾ ਹੈ ਕਿ 9th ਕਲਾਸ ਵੀ ਤੁਸੀਂ ਕੀਤਾ ਹੋਇਆ ਕਾਫੀ ਕੰਮ, ਸੋ ਉਹਨਾਂ ਨੂੰ ਪਤਾ ਹੀ ਹੈ। ਹੁਣ ਆਪਾਂ ਇਹਨਾਂ ਦੀ ਡਿਟੇਲ ਚ ਜਾਂਦੇ ਹਾਂ। ਪਹਿਲਾਂ ਦੱਸੋ ਆ ਗੱਲ ਕਲੀਅਰ ਹੋ ਗਈ ਸਾਰਿਆਂ ਨੂੰ ਕਿ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਹੈ? ਯੈਸ ਸਰ। ਨॉन यूनिफॉर्म ਮੋਸ਼ਨ ਤਾਂ ਇਹ ਹੈ ਹੀ। ਸੋ ਹੁਣ ਦੇਖੋ, ਜਿਸ ਤਰ੍ਹਾਂ ਤੁਸੀਂ ਪੋਜੀਸ਼ਨ ਚ ਕੀਤਾ ਸੀ, ਮੈਂ ਤੁਹਾਨੂੰ ਸਿਖਾ ਚੁੱਕਿਆ। ਪੋਜੀਸ਼ਨ ਦੇ ਚੇਂਜਸ ਵੀ ਦੇਖਿਆ ਸੀ ਆਪਾਂ ਕਿ ਅਗਰ ਇਸ ਸਾਈਡ ਡਿਸਪਲੇਸਮੈਂਟ ਹੋ ਰਹੀ ਹੈ ਤਾਂ ਤੁਹਾਡੀ ਡਿਸਪਲੇਸਮੈਂਟ ਪੋਜ਼ਿਟਿਵ ਆ ਰਹੀ ਸੀ, ਅਗਰ ਇਸ ਸਾਈਡ ਹੋ ਰਹੀ ਹੈ ਤਾਂ ਤੁਹਾਡੀ ਡਿਸਪਲੇਸਮੈਂਟ ਨੈਗੇਟਿਵ ਆ ਰਹੀ ਸੀ, ਹੈ ਨਾ। ਯੈਸ ਸਰ। ਬਿਲਕੁਲ ਇਸ ਤਰ੍ਹਾਂ ਹੀ ਉੱਪਰ ਨੂੰ ਪੋਜ਼ਿਟਿਵ, ਨੀਚੇ ਨੂੰ ਨੈਗੇਟਿਵ ਆਪਾਂ ਮੰਨ ਸਕਦੇ ਹਾਂ, ਬਿਲਕੁਲ ਉਸੇ ਫਾਰਮ ਦੇ ਵਿੱਚ। ਆ ਸੀਗਾ ਸਭ ਕੁਝ ਪੋਜੀਸ਼ਨ ਦੇ ਚੇਂਜਸ ਦੇ ਬਾਰੇ। ਬਟ ਅਗਰ ਵੈਲੋਸਿਟੀ ਦੇ ਚੇਂਜਸ ਹੁੰਦੇ ਨੇ ਤਾਂ ਆਪਾਂ ਐਕਸਲਰੇਸ਼ਨ ਨੂੰ ਕਿਵੇਂ ਲਿਖਦੇ ਹਾਂ? ਜੇ ਐਕਸਲਰੇਸ਼ਨ ਯੂਨੀਫਾਰਮ ਹੋਵੇ ਜਾਂ ਨਾਨ ਯੂਨੀਫਾਰਮ ਹੋਵੇ, ਪਰ ਆਪਾਂ ਐਕਸਲਰੇਸ਼ਨ ਦੀ ਐਵਰੇਜ ਵੈਲਿਊ ਲਿਖਦੇ ਹਾਂ। ਉਹ ਕੀ ਹੁੰਦੀ ਹੈ? ਫਾਈਨਲ ਵੈਲੋਸਿਟੀ
माइनस इनिशियल वेलोसिटी डिवाइड बाय जिन्ना टाइम सीगा t2 माइनस t1 ਆਪਾਂ ਫਿਰ ਇਹਨੂੰ ਕਈ ਵਾਰ ਕੀ ਲਿਖ ਦਿੰਦੇ ਆ v minus u it is better to write v minus u ਆਪਾਂ ਯੂਜ਼ਰ ਨੂੰ ਜਾਂਚ ਕਰਦੇ ਆ t2 minus t1 ਨੂੰ ਪਰ ਟਾਈਮ ਇੰਟਰਵਲ ਨੂੰ ਸਿੱਧੇ t ਲਿਖ ਦਿੰਦੇ ਆ ਕਲੀਅਰ ਸਮਝ ਲੱਗ ਰਹੀ ਗੱਲ यस सर अगर एक्सेलरेशन कांस्टेंट ही रहेगी तो उसकी एवरेज भी बेसिकली वही रहेगी जो है बेसिकली वही आएगी v minus u by t कर देने हुन इत्थे तुसी इस गल नु बहुत ध्यान नाल समझो कि अगर वेलोसिटी इंक्रीज कर रही है मान लो तो फिर तुसी दसो ज्यादा कौन बड़ा होएगा v या u वी V. फिर v minus u ऊपर ला आंसर पॉजिटिव आएगा कि नेगेटिव आएगा पॉजिटिव Positive. मतलब एक्सेलरेशन पॉजिटिव ली जाएगी अगर वेलोसिटी इंक्रीज कर रही है एंड अगर वेलोसिटी डिक्रीज कर रही है नेगेटिव then v will be less than u ना यस सर acceleration will be taken as Negative. negative and इसਨੂੰ ਅਸੀਂ ਕੀ ਬੋਲ ਦਿੰਦੇ ਆ ਰਿਟਾਰਡੇਸ਼ਨ ਵੀ ਬੋਲ ਦਿੰਦੇ ਆ ਕਲੀਅਰ ਹੈ ਸਭ ਨੂੰ ਸਮਝ ਲੱਗੀ ਗੱਲ यस Yes, sir. so this is about acceleration and अगर acceleration ਤੁਹਾਡੀ ਐਵਰੇਜ ਨਾ ਕਰਨੀ ਹੋਵੇ ਤੁਸੀਂ instantaneous ਕਰਨੀ ਹੋਵੇ ਤਾਂ instantaneous acceleration ਕਿਵੇਂ ਆਏਗੀ ਹੁਣ ਤੁਸੀਂ ਮੈਨੂੰ ਬੈਟਰ ਦੱਸ ਸਕਦੇ ਹੋ dv by dt v by d ਇਹ ਆਏਗੀ। dv by पर ਇਹਦਾ सेंस हले इस टाइम इस जगह पे हले ज्यादा नहीं बनेगा क्योंकि एक्सेलरेशन कांस्टेंट मान के चल रहे हो एंड अगर एक्सेलरेशन कांस्टेंट ही मान के चल रहे हो तो फिर एक्सेलरेशन दा एवरेज होए या एक्सेलरेशन दा इंस्टेंटेनियस होए ਉਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੋਏਗਾ ਦੋਨੋਂ ਸੇਮ ਹੀ ਹੋਣਗੀਆਂ ਸੋ ਦਿਸ ਵਿਲ ਨਾਟ ਵੀ ਕ੍ਰੀਏਟ ਐਨੀ ਪ੍ਰੋਬਲਮ ਫॉर ਯੂ ਇਨ ਦਿਸ ਚੈਪਟਰ ਔਰ ਇਨ ਦਿਸ ਟੌਪਿਕ ਜੋ ਆਪਾਂ ਕਰ ਰਹੇ ਕਿਉਂਕਿ ਅਸੀਂ ਯੂਨੀਫਾਰਮਲੀ ਐਕਸੈਲਰੇਟਿਡ ਮੋਸ਼ਨ ਪੜ੍ਹ ਰਹੇ ਹਾਂ ਕਲੀਅਰ ਹੈ ਗੱਲ ਸਭ ਨੂੰ yes sir तो एक्सेलरेशन ਦੇ ਪੋਜ਼ਿਟਿਵ ਤੇ ਨੈਗੇਟਿਵ ਹੋਣ ਦਾ ਮਤਲਬ ਪਤਾ ਲੱਗ ਗਿਆ ਤੇ Yes, sir. ਡਿਸਪਲੇਸਮੈਂਟ ਦਾ ਤੇ ਉਸ ਹਿਸਾਬ ਨਾਲ ਵੈਲੋਸਿਟੀ ਦਾ ਹੋ ਜਾਂਦਾ ਹੈ ਉਹ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਠੀਕ ਹੁਣ ਆਨੇ ਅਸੀਂ ਬਹੁਤ ਇੰਪੋਰਟੈਂਟ ਚੀਜ਼ ਸਾਡੇ ਕੋਲ एक चीज तुसी जरूर नोट कर लेना याद रखना ये चीज सिर्फ उदों है अगर एक्सेलरेशन कांस्टेंट है इन यूनिफॉर्मली एक्सेलरेटेड मोशन अगर तुसी चल रहे हो किसी पर्टिकुलर टाइम ते इत्थे मान लो u वेलोसिटी दे नाल वेलोसिटी u है एंड थोड़ी देर बाद वेलोसिटी मान लो जाके v हो जाती है तो जो तुसी यदि एवरेज फाइंड करते हो इत्थे एवरेज वेलोसिटी जिवें हुण पिछले क्वेश्चंस विच कर रहे सी वो अपनी सीधे ही u + v / 2 हुंदी है ये पर याद रखना कि इहनूं सिर्फ उदों यूज करना है अगर एक्सेलरेशन कांस्टेंट होए अदरवाइज तुसी अपना काम जिवें करते हो उवें ही करते रहना है ते इहदे आपां प्रूफ्स वगैरह विच हुण जाने आ ये जिहड़ी इक्वेशनस ऑफ मोशन दे विच ते इहनूं फिलहाल आपां यूज कर लांगे अगे जाके प्रूव कर लवांगे ठीक है पर ये प्रूव करना नहीं आएगा ਤੁਹਾਨੂੰ जब ਤੁਹਾਨੂੰ पता होना चाहिए कि अगर यूनिफॉर्मली एक्सेलरेटेड मोशन है जिवें पिछले केस भी ਆਪਾਂ ਦੇਖਿਆ ਸੀ ਨਾ ਜਦੋਂ ਟਾਈਮ t1 t2 ਹਾਫ ਹਾਫ ਲਏ ਸੀ ਆਪਾਂ ਤਾਂ ਉੱਥੇ ਵੀ ਜਿਵੇਂ ਆ ਰਿਹਾ ਸੀ ਤਾਂ ਇਸ ਤਰ੍ਹਾਂ ਹੀ ਆਹ ਵਾਲਾ ਕੇਸ ਵੀ ਹੈ ਜਦੋਂ ਐਕਸੈਲਰੇਸ਼ਨ ਯੂਨੀਫਾਰਮ ਹੈ ਕਾਂਸਟੈਂਟ ਹੈ ਦੈਨ ਅਸੀਂ ਕਹਿ ਸਕਦੇ ਹਾਂ ਕਿ ਜੋ ਐਵਰੇਜ ਵੈਲੋਸਿਟੀ ਹੈ ਉਹ ਇਹਨਾਂ ਦਾ ਹੀ ਐਵਰੇਜ ਆਂਦੀ ਹੈ ਹੁਣ ਤੁਸੀਂ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਇਕੁਏਸ਼ਨ ਆਫ ਮੋਸ਼ਨ ਦੀ ਆਪਾਂ ਗੱਲ ਕਰਦੇ ਹਾਂ ਦੈਟ ਇਜ਼ v = u + at ਇਹ ਕਿੱਥੋਂ ਆਂਦੀ ਹੈ ਇਹਦੀ ਗੱਲ ਕੀਤੀ ਜਾਏ ਤੇ ਤੁਸੀਂ ਦੱਸੋ ਐਕਸੈਲਰੇਸ਼ਨ ਦਾ ਕੀ ਫਾਰਮੂਲਾ ਬਣੇਗਾ ਇਹਦੇ ਕਾਂਸਟੈਂਟ ਐਕਸੈਲਰੇਸ਼ਨ ਯਾਦ ਰੱਖਣਾ ਚੇਂਜ ਇਨ ਵੈਲੋਸਿਟੀ V minus t over t. ਬੇਸਿਕਲੀ ਇਹ ਫਾਰਮੂਲਾ ਇੱਥੋਂ ਹੀ ਬਣਿਆ ਹੈ ਇਹਨੂੰ ਕੁਝ ਵੀ ਨਹੀਂ ਕੀਤਾ ਅਸੀਂ ਹੋ ਗਿਆ ਪ੍ਰੂਫ ਸਿਰਫ ਬਾय ਡੈਫੀਨੇਸ਼ਨ ਸਮਝ ਲੱਗੀ ਗੱਲ yes sir ਤੁਹਾਡੀ ਬੁక్స్ ਤੇ ਕਾਪੀਜ਼ ਵਿੱਚ ਨਾ ਤੁਸੀਂ ਹਰ ਤਰ੍ਹਾਂ ਦੀ ਡੈਰੀਵੇਸ਼ਨ ਜੋ ਕਰਵਾਉਂਗਾ ਉਹਨੂੰ ਇਸ ਤਰ੍ਹਾਂ ਲਿਖ ਲੈਣਾ ਹੈ ਤਾਂ ਕਿ ਤੁਹਾਨੂੰ ਯਾਦ ਰਹੇ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਕਰਨਾ ਸੀ ਦੂਸਰੀ ਹੈਗੀ ਆਪਣੀ s = ut + ½ at²। ਸੋ ਤੁਹਾਨੂੰ ਪਤਾ ਹੈ ਕਿ ਆਪਾਂ ਜੇ ਐਵਰੇਜ ਦੀ ਗੱਲ ਕਰੀਏ ਜੇ ਐਵਰੇਜ ਅੱਛਾ ਜੇ ਐਵਰੇਜ ਕੱਢ ਲਾਂਗੇ ਫਿਰ ਤਾਂ ਆਪਣਾ ਸਿੱਧਾ ਹੀ ਫਾਰਮੂਲਾ ਲਗਾ ਸਕਦੇ ਹਾਂ s = ਜੋ ਵੀ ਵੈਲੋਸਿਟੀ ਹੈ ਐਵਰੇਜ ਇਨਟੂ ਟਾਈਮ ਟੇਕਨ ਹੈ ਨਾ Yes, sir. yes so sir ਜੇ ਮੈਂ ਡਿਸਪਲੇਸਮੈਂਟ ਟਰੈਵਲਡ ਫਾਈਂਡ ਕਰਨੀ ਕੋਈ ਟੋਟਲ ਤਾਂ ਬੇਸਿਕਲੀ that will be the average velocity ਹੈ ਨਾ and multiplied by time taken ਤੇ ਐਵਰੇਜ ਵੈਲੋਸਿਟੀ ਕੀ ਹੁੰਦੀ ਹੈ u plus v over t 2 into time taken
ਤੇ ਜਿਹੜੀ ਆਪਣੀ v ਹੈ v ਕੀ ਹੈ ਪਿਛਲੀ ਇਕੁਏਸ਼ਨ ਯੂਜ਼ ਕਰ ਲਓ u plus at into time taken ਇਹ ਬਣ ਜਾਏਗੀ ਤੁਹਾਡੀ 2u t और 2u प्लस आ पूरा हुआ ना वो अलग तो मल्टीप्लाई करना है प्लस 80 into t divided by 2 so ये कर लोगे सॉल्व Yes, sir. Yes, sir. हाफ 80 स्क्वायर इस तरह आप इस इक्वेशन ਨੂੰ यूज कर सकते हैं तीसरी जड़ी है सर वो है लास्ट v पेज स्क्वायर एक और माइनस u स्क्वायर इज इक्वल टू as इसमें यूज कर ਇਹਨੂੰ ਪ੍ਰੂਵ ਕਰਨ ਦਾ ਇੱਥੇ ਬਾਈ ਡੈਫੀਨੇਸ਼ਨ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਪਹਿਲੀ ਦੋ ਇਕੁਏਸ਼ਨਸ ਵਿੱਚੋਂ ਟਾਈਮ ਨੂੰ ਖਤਮ ਕਰੋ ਬਸ ਕਿਉਂਕਿ ਇਹ ਟਾਈਮ ਹੈ ਨਹੀਂ ਨਾ ਇਹਦੇ ਵਿੱਚ ਦੇਖੋ Yes, sir. ਤਾਂ ਤੁਸੀਂ ਕੀ ਕਰੋ ਤੁਹਾਨੂੰ ਪਹਿਲੀ ਇਕੁਏਸ਼ਨ ਤਾਂ ਪਤਾ ਹੀ ਹੈ v is equal to u plus at ਐਂਡ ਦੂਸਰੀ ਇਕੁਏਸ਼ਨ ਵੀ ਪਤਾ ਹੈ s equal to ut plus half a t square ਤੁਸੀਂ ਕੁਝ ਨਹੀਂ ਕਰਨਾ ਹੈ ਤੁਸੀਂ ਬੇਸਿਕਲੀ ਇਹਦੇ ਵਿੱਚੋਂ ਟਾਈਮ ਗਾਇਬ ਕਰਨਾ ਹੈ ਰਿਮੂਵ ਕਰਨਾ ਹੈ ਤਾਂ ਪਹਿਲੀ ਇਕੁਏਸ਼ਨ ਤੋਂ ਟਾਈਮ ਆ ਜਾਏਗਾ ਤੁਹਾਡੇ ਕੋਲ ਕੀ ਆ ਜਾਏਗਾ ਇਹ ਆ ਜਾਏਗਾ ਨਾ 0.8. ਇਹਨੂੰ ਵਿੱਚ ਪੁੱਟ ਕਰੋ ਤਾਂ ਤੁਹਾਡੇ ਕੋਲ s ਕੀ ਆਏਗਾ u into v minus u by a plus half a v minus u by a ਦਾ square ਇਹਨੂੰ ਸੋਲਵ ਕਰ ਲਓ it is uv minus u square by a इधर एक a कैंसिल हो जाएगा ऊपर बन जाएगा v स्क्वायर प्लस u स्क्वायर माइनस 2uv डिवाइडेड बाय 2a इतने फिर 2a एलसीएम आ जाएगा ऊपर 2 ना मल्टीप्लाई होएगा 2uv माइनस 2u स्क्वायर प्लस v स्क्वायर प्लस u स्क्वायर माइनस 2uv आ कैंसिल हो गया देखो न्यूमरेटर की बन गया देखो बन गया v स्क्वायर माइनस u स्क्वायर अच्छा इक्वल टू s का सच इधर s का ना इधर में v स्क्वायर आ वाले दोनों इकट्ठे कितने माइनस u स्क्वायर एक ही बन गया आगे इक्वेशन दसो समय लगी गल Yes, sir. Yes, sir. ਸੋ ਆ ਜਿਹੜੀਆਂ ਇਕੁਏਸ਼ਨਸ ਆਫ ਮੋਸ਼ਨ ਨੇ ਤੁਸੀਂ ਯੂਜ਼ ਕਰਦੇ ਰਹੇ ਹੋ ਤੇ ਹੁਣ ਆਪਣੇ ਜਿਹੜੇ ਪ੍ਰੈਕਟਿਸ ਵਿੱਚ ਯੂਜ਼ ਵੀ ਕਰੋਗੇ ਪਰ ਆਪਾਂ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਸਮਝਣੀ ਹੈ ਇਹਦੇ ਵਿੱਚ ਉਹ ਹੈਗੀ ਆ ਬੜੀ ਇੰਪੋਰਟੈਂਟ ਚੌਥੀ ਇਹਦੀ ਇਕੁਏਸ਼ਨ ਆਫ ਮੋਸ਼ਨ ਜਿਹੜੀ ਕਿ ਜ਼ਿਕਰ ਹਲੇ ਪਿੱਛੇ ਹੋਇਆ ਪਿੱਛੇ ਜ਼ਿਕਰ ਹੋਇਆ ਤਿੰਨ ਇਕੁਏਸ਼ਨਸ ਦਾ ਆਪਾਂ ਇੱਥੇ ਫਾਈਂਡ ਕਰਨਾ ਐਸ nth ਦਾ ਐਸ nth ਨੂੰ ਕੀ ਕਹਿੰਦੇ ਆ ਡਿਸਟੈਂਸ ਜਾਂ ਡਿਸਪਲੇਸਮੈਂਟ ਇਨ nth सेकंड ये बहुत इंपॉर्टेंट गल है ये थोड़ा वादा करांगे ਆਪਾਂ ਸਮਝੋ ਕਿ ਤਰ੍ਹਾਂ 9th ਕਲਾਸ ਤੋਂ ਬਾਅਦ ਤੁਸੀਂ ਆ ਸਿੱਖਣੋ as nth that is called displacement in nth second and ਇਸ ਗੱਲ ਦਾ ਬੜਾ ਇੰਪੋਰਟੈਂਸ ਹੈ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ ਦੇ ਵਿੱਚ ਇਹਦਾ ਕੀ ਮਤਲਬ ਹੈ ਗੱਲ ਨੂੰ ਸਮਝੋ ਜੇ ਆਪਾਂ ਕਹਿ ਰਹੇ ਹਾਂ displacement in n seconds in n लिखन का तरीका देखो तो मतलब n सेकंड्स या फिर ਅਸੀਂ ਜੇ ਲਿਖਦੇ ਹਾਂ डिस्प्लेसमेंट इन nth सेकंड ਤਾਂ ਦੋਨੋਂ ਗੱਲਾਂ 'ਚ ਕੀ ਫਰਕ ਹੈ ਮੈਨੂੰ ਸਮਝਾਏਗਾ ਕੋਈ सर मैं समझा Sir, n second मतलब total number एक of मिनट मैंने seconds. बोल मैं जो कहूंगा वो बोलेगा बच्चा हाँ जी ये इनायतदीप कौर बोलो सर समझ नहीं आया मैं क्वेश्चन पूछ रहे हैं ਤੁਹਾਨੂੰ ਅਸਲ ਮੈਂ ਸਮਝਾ ਨਹੀਂ ਰਿਹਾ ਮੈਂ ਕਹਿ ਰਿਹਾ ਵੀ ਤੁਸੀਂ ਇਹਦਾ ਮਤਲਬ ਅੱਛਾ ਤੁਹਾਨੂੰ ਆ ਨਹੀਂ ਪਤਾ ਲੱਗਿਆ ਵੀ n ਸੈਕਿੰਡ ਤੇ n ਸੈਕਿੰਡ ਦਾ ਕੀ ਫਰਕ ਹੈ सर n सेकंड्स का नंबर ऑफ सेकंड्स हो गए हाँ nth सेकंड सर वो नहीं समझ रहा चलो सुप्रीत सरप्रीत सॉरी सरप्रीत Sir, nth second mean any point of time. अच्छा ईशिता सर nth मीन्स उसके बीच का मतलब कि अगर हम फिफ्थ कहते हैं हम फिफ्थ के बीच का Nth second means sir कौन से second की बात कर रहे हैं? हाँ मतलब वो भी ठीक ही कह रही है बस ईशिता अच्छा, particular second ਦੀ ਗੱਲ पर्टिकुलर उस सेकंड ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕੀਤਾ ਇਸ ਗੱਲ ਦਾ instant ਮਤਲਬ of time
हाँ जी, हाँ जी। इंस्टेंट नहीं, इंस्टेंट भी डिस्प्लेसमेंट हो ही नहीं सकती। इंस्टेंट ਦਾ डिस्प्ले एक जगह ਤੇ ਹੀ ਹੋਏਗਾ ਬੰਦਾ। इंस्टेंट ਤੇ ਵੈਲੋਸਿਟੀ ਦੀ ਗੱਲ ਕਰ। हाँ जी, ਚਲੋ ਹੁਣ ਮੇਰੀ ਗੱਲ ਨੂੰ ਸਮਝੋ ਸਾਰੇ ਜਣੇ ਬੜੇ ਧਿਆਨ ਨਾਲ। ਆਪਾਂ ਇਸ ਤੋਂ ਪਹਿਲਾਂ ਇਹਨੂੰ ਡਿਰਾਈਵ ਕਰੀਏ, ਇਹਨੂੰ ਸਮਝ ਲਈਏ। ਪਹਿਲੀ ਗੱਲ ਤਾਂ ਤੁਸੀਂ ਕੀ ਪੜ ਰਹੇ ਹੋ? ਤੁਸੀਂ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ ਪੜ ਰਹੇ ਹੋ ਨਾ? ਯੈਸ ਸਰ। ਯਾਨੀ ਇਹਦੇ ਵਿੱਚ ਜਿਹੜੀ ਐਕਸਲਰੇਸ਼ਨ ਹੈ ਉਹ ਕਾਂਸਟੈਂਟ ਹੈ ਨਾ? Yes, sir. पर वो कांस्टेंट कुछ भी हो सकती है, यानी एक्सेलरेशन लगातार या तो वेलोसिटी बढ़ा रही है या घटा रही है। सो एक्सेलरेशन कैन बी पॉजिटिव और कैन बी नेगेटिव ना? यस सर। सो अगर मान लो कि एक्सेलरेशन पॉजिटिव है देन इस गल का की मतलब बनेगा आप देखते हैं। सोचो कि अगर मान लो पार्टिकल ने इथों डिस्टेंस ट्रैवल करना शुरू किया एंड दिस इज एट t इज इक्वल टू 0 सेकंड एंड इट जस्ट स्टार्टेड इट्स मोशन एंड मान लो 1 सेकंड ਦੇ ਵਿੱਚ ਇਥੋਂ ਚੱਲ ਕੇ ਉਹ इथों चल के इथे तक आया and this is at t is equal to 1 second and अगर एक्सेलरेशन पॉजिटिव है यानी उसकी वेलोसिटी लगातार इंक्रीज हो रही है। तो अगर पहले सेकंड में उन्हें इतना डिस्टेंस ट्रैवल किया लेट इट बी s1 देन अगले सेकंड में की वो इतना ही डिस्टेंस ट्रैवल करेगा या इससे थोड़ा ज्यादा? सर थोड़ा ज्यादा। थोड़ा ज्यादा। सो थोड़ा ज्यादा दूर चला जाएगा ना दूसरे सेकंड ਤੇ। ਸਮਝੋ ਇਸ ਨੂੰ ਧਿਆਨ ਨਾਲ ਕਿ ਐਕਸਲਰੇਟਿਡ ਮੋਸ਼ਨ ਕੀ 2 ਸੈਕਿੰਡ ਦੇ ਉੱਪਰ ਉਹ ਇੱਥੇ ਪਹੁੰਚ ਚੁੱਕਾ ਹੋਏਗਾ। ਤਾਂ ਆਹ ਵਾਲਾ ਜੋ ਡਿਸਟੈਂਸ ਟਰੈਵਲਡ ਮੈਂ ਬਣਾਇਆ ਇੱਥੇ ਹੁਣ this is not a distance traveled in 2 seconds but it is distance traveled in second है ना? सेकंड मतलब दूसरे सेकंड ਦੇ ਵਿੱਚ। ਸਮਝ ਲੱਗੀ ਗੱਲ? यस सर। तीसरे ਵਿੱਚ ਹੁਣ ਉਹਦਾ ਡਿਸਟੈਂਸ ਟਰੈਵਲਡ ਪਹਿਲਾਂ ਨਾਲੋਂ और ज्यादा हो गया। ਹੋਰ ਜ਼ਿਆਦਾ ਹੋ ਜਾਏਗਾ। ਬਿਲਕੁਲ ਕਰੈਕਟ। ਹੋਰ ਦੂਰ ਚਲਾ ਜਾਏਗਾ ਉਹ ਤਾਂ ਇੱਥੇ ਪਹੁੰਚੇਗਾ ਉਹ ਤਾਂ that will be the distance traveled in 3rd second। ਇਹ 3 ਸੈਕਿੰਡ ਟਾਈਮ ਲਿਖ ਰਿਹਾ ਮੈਂ ਪਰ ਇਹਨੂੰ ਆਹ ਡਿਸਟੈਂਸ ਜੋ ਬਲੂ ਨਾਲ ਲਿਖਿਆ ਹੈ this is distance traveled in 3rd second। clear? यस सर। सो अगर मैं कह रहा हूं इधर सोचो ਹੁਣ ਧਿਆਨ ਨਾਲ ਸਾਰੇ ਸਮਝੋ अगर मैं कह रहा डिस्टेंस ट्रेवल्ड सॉरी डिस्टेंस नहीं डिस्प्लेसमेंट कह रहा मैं चलो डिस्प्लेसमेंट इन 3 seconds ता समझा सकते हो की मतलब होएगा ਉਹਦਾ S1 plus सर मतलब डिस्प्लेसमेंट कितना डिस्टेंस ट्रैवल करे। हाँ जी पहले 3 सेकंड ਚ ਉਹਨੇ ਕਿੰਨਾ डिस्टेंस ट्रैवल करा यानी कि ਇੱਥੋਂ ਲੈ ਕੇ ਇੱਥੇ ਤੱਕ ਹੈ ਇਹਦਾ मतलब फिर है ना? यस Yes, sir. अगर वो कह रहा है डिस्टेंस ट्रेवल्ड इन 3rd second देन मतलब सिर्फ ब्लू वाला है। क्लियर? यस सर। यस सर। सो दिस इज द डिफरेंस। ਤੁਹਾਨੂੰ ਇਹ ਪਹਿਲੀ ਗੱਲ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਕਿਹੜਾ ਫਾਰਮੂਲਾ ਲਗਾਵਾਂਗੇ 3rd second ਲਈ ਉਹ ਆਪਣਾ ब्लू वाला मोशन है that is this displacement है that is this and अगर distance traveled in 3 seconds पता करना है then basically you are given the time interval है ना? कोई पर्टिकुलर सेकंड नहीं बट टोटल टाइम इंटरवल। ਇੱਥੇ ਅਸੀਂ ਕਿਹੜੀ ਇਕੁਏਸ਼ਨ ਯੂਜ਼ ਕਰਾਂਗੇ? we will use the equation s is equal to v ut plus half a t square and you will use 3 at the place of t। ਦੱਸੋ ਗੱਲ ਕਲੀਅਰ ਹੋਈ ਸਭ ਨੂੰ? यस सर। ਥਰਡ ਲਈ ਕੀ ਕਰਾਂਗੇ ਇਹ ਆਪਾਂ ਹੁਣ ਹੀ ਦੇਖਦੇ ਹਾਂ ਹਲੇ ਤਾਂ ਅਸੀਂ ਸੋਚਿਆ ਹੀ ਨਹੀਂ ਹੈ ਅਸੀਂ ਸਿਰਫ ਇਹ ਬਾਰੇ ਗੱਲ ਕੀਤੀ ਹੈ ਕਿ 3rd second ਚ ਕਿਸ ਤਰ੍ਹਾਂ ਆਏਗਾ। ਸੋ ਆਪਾਂ ਇਹਨੂੰ ਹੁਣ ਡਿਰਾਈਵ ਕਰਨ ਜਾ ਰਹੇ ਹਾਂ। ਅੱਛਾ ਸੇਮ ਵੇ ਯੂ ਕੈਨ ਥਿੰਕ ਇਫ ਐਕਸਲਰੇਸ਼ਨ ਵਾਸ ਨੈਗੇਟਿਵ ਅਗਰ ਐਕਸਲਰੇਸ਼ਨ ਨੈਗੇਟਿਵ ਹੁੰਦੀ ਮੈਂ ਇਹਦੇ ਵਿੱਚ ਦਿਖਾ ਰਿਹਾ ਤੇ ਮੰਨ ਲਓ ਪਹਿਲਾ ਡਿਸਟੈਂਸ ਟਰੈਵਲਡ ਇੰਨਾ ਹੀ ਆਂਦਾ ਤਾਂ ਦੂਸਰਾ ਇਸ ਤੋਂ कट जाना सी। ਆਉਂਦਾ ਤੀਸਰਾ ਇਸ ਤੋਂ ਵੀ कट जांदा। ਤਾਂ ਆ ਹੁੰਦਾ ਫਿਰ ਡਿਸਟੈਂਸ ਟਰੈਵਲਡ ਇਨ 3rd second। ਕਲੀਅਰ ਹੈ? ਕਿ 0 ਹੋ ਜਾਂਦਾ। मतलब ऑब्वियसली रुकेगा वो रुकता जा रहा है तो कितने कितने जाके रुक ही जाएगा ना यानी रुक रहा है ना जो एक्सेलरेशन नेगेटिव मतलब ਉਹਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ। ਓਕੇ ਸਰ। ਹੁਣ ਕੀ ਪਤਾ ਤੀਜੇ ਸੈਕਿੰਡ ਬਾਅਦ ਰੁਕ ਜਾਵੇ ਕੀ ਪਤਾ ਚੌਥੇ ਚ ਰੁਕ ਜਾਏ ਕੀ ਪਤਾ ਪੰਜਵੇਂ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਵੈਲੋਸਿਟੀ ਪਹਿਲਾਂ ਸੀਗੀ ਤੇ ਕਿੰਨੀ ਐਕਸਲਰੇਸ਼ਨ ਲੱਗ ਰਹੀ ਹੈ। ਸਮਝ ਲੱਗੀ ਗੱਲ? यस यस ਸੋ ਦੇਖੋ ਡਿਸਟੈਂਸ ਟਰੈਵਲਡ ਇਨ nth ਸੈਕਿੰਡ ਦਾ ਹੁਣ ਆਪਾਂ ਐਕਸਪ੍ਰੈਸ਼ਨ ਫਾਈਂਡ ਕਰਦੇ ਹਾਂ ਤੇ ਇਹਨੂੰ ਸਮਝਦੇ ਹਾਂ। ਤੁਸੀਂ ਸੋਚ ਕੇ ਦੇਖੋ ਅਗਰ n ਸੈਕਿੰਡ ਦੇ ਵਿੱਚ ਕੋਈ ਪਾਰਟੀਕਲ ਡਿਸਟੈਂਸ ਟਰੈਵਲ ਕਰਦਾ ਹੈ ਮੰਨ ਲਓ ਇੰਨਾ
n ਸੈਕਿੰਡ ਦੇ ਵਿੱਚ, ਇਹ ਟੋਟਲ n ਸੈਕਿੰਡਸ ਦੇ ਵਿੱਚ ਹੈ, ਸੈਕਿੰਡਸ ਦੇ ਵਿੱਚ। ਐਂਡ ਅਗਰ ਮੈਂ ਕਹਿ ਦਵਾਂ ਕਿ ਪਹਿਲੇ n-1 ਸੈਕਿੰਡ ਚ ਉਹ ਡਿਸਟੈਂਸ ਟਰੈਵਲ ਕਰਦਾ ਹੈ ਇੰਨਾ, ਇਹ ਹੈਗਾ 1 ਘਟਾ ਦੋ ਤੋਂ n-1 ਸੈਕਿੰਡਸ ਦੇ ਵਿੱਚ, ਤਾਂ ਤੁਸੀਂ ਦੱਸ ਸਕਦੇ ਹੋ ਫਿਰ ਡਿਸਟੈਂਸ ਟਰੈਵਲਡ ਇਨ nth ਸੈਕਿੰਡ ਕਿ ਡਾਇਰੈਕਟਲੀ ਇਹੀ ਨਹੀਂ ਆ ਰਿਹਾ ਫਿਰ, Yes, sir. ਵਾਲੇ ਨਹੀਂ ਆ ਰਿਹਾ ਫਿਰ। ਕਲੀਅਰ? Yes, sir. ਸੋ ਅਸੀਂ ਕਿਵੇਂ, ਇਹਦਾ ਡੈਰੀਵੇਸ਼ਨ ਬੜਾ ਸੌਖਾ ਹੈ। ਸੋ ਡਿਸਟੈਂਸ ਟਰੈਵਲਡ ਇਨ nth ਸੈਕਿੰਡ ਨੂੰ ਆਪਾਂ nth ਲਿਖਦੇ ਹਾਂ, ਯਾਦ ਰੱਖਣਾ। ਇਸ ਨੂੰ ਅਸੀਂ ਲਿਖਦੇ ਹਾਂ ਡਿਸਟੈਂਸ ਟਰੈਵਲਡ ਇਨ n seconds, ਪਹਿਲਾਂ ਕਰ ਲਓ ਟੋਟਲ ਫਾਈਂਡ ਕਰ ਲਓ, ਮਾਈਨਸ distance traveled in n-1 seconds। ਸੋ ਨੋਟੇਸ਼ਨਸ ਵਿੱਚ ਕੋਈ ਪੰਗਾ ਨਾ ਪਏ, ਇਸ ਲਈ ਮੈਂ ਪ੍ਰੋਪਰਲੀ ਲਿਖ ਦਿੰਦਾ ਵਾ ਤੇ ਤੁਸੀਂ ਡੈਰੀਵੇਸ਼ਨ ਚ ਇਸ ਤਰ੍ਹਾਂ ਲਿਖੋਗੇ ਆਪਣੇ ਨੋਟਸ ਵਿੱਚ ਤਾਂ ਕਿ ਤੁਹਾਨੂੰ ਯਾਦ ਰਹੇ। ਇਹਦਾ ਫਾਰਮੂਲਾ ਤੁਸੀਂ ਲਗਾ ਸਕਦੇ ਹੋ ਨਾ, u ਤੋਂ ਬਾਅਦ ਇੱਥੇ n ਆਏਗਾ ਨਾ, where n is the second, n seconds, ਇੱਥੇ ਕੀ ਆਏਗਾ, ਇਹਨੂੰ ਬ੍ਰੈਕਟ ਪਾ ਲਓ, n ਦੀ ਜਗ੍ਹਾ ਹੁਣ ਆਏਗਾ, ਦੱਸੋ ਇਹ ਗੱਲ ਸਮਝ ਲੱਗ ਰਹੀ ਸਰ ਨੂੰ? Yes, sir. Yes, sir. Yes, sir. तो एक तो ही फॉर्मूला निकलेगा, वो फॉर्मूला आप हमेशा सीधे यूज करेंगे, पर फिलहाल हमें गल पता होनी चाहिए। हुण इहनूं देखो, एक ही बन गया, ये बन गया un प्लस हाफ a n स्क्वायर माइनस, इहनूं थोड़ा सॉल्व कर लो, ये बन रहा है जी un माइनस u प्लस a by 2, ये बन रहा है n स्क्वायर प्लस 1 माइनस 2n, isn't it? सिंपलीफाई तो तुम जिवें मर्जी कर सकते हो। एक गल क्लियर है भी, ए बनेगा un, ए बनेगा प्लस u, ए बनेगा माइनस an स्क्वायर बाय 2, ए बनेगा माइनस a बाय 2, ए बनेगा प्लस an, एनु अपने आप a बाय 2 ਨੂੰ ਪਹਿਲਾਂ ਮਲਟੀਪਲਾਈ ਕਰਿਓ, ਬਾਅਦ ਚ ਫਿਰ माइनस n ਨੂੰ ਐਡਜਸਟ ਕਰਿਓ, ਇਹ ਆ ਜਾਏਗਾ। मैं थोड़ा फास्ट कर गया इस चीज में, कर लोगे ना ये? Yes, sir. Yes, sir. ये कटिया गया, अच्छा अभी कटिया गया, देखो an square by 2 कितना गया? तो बहुत छोटा है, बच गया, ये बच गया u माइनस a by 2 प्लस an, पर ਅਸੀਂ ਇਸ ਫਾਰਮ ਚ ਨਹੀਂ ਯਾਦ ਰੱਖਦੇ, ਇਹਦੇ ਨਾਲ ਥੋੜਾ ਆਪਾਂ ਨੂੰ ਸੌਖਾ ਬਣਾ ਲੈਣੇ ਆਪਾਂ ਇਸੇ ਚੀਜ਼ ਨੂੰ, ਤੇ ਤੁਸੀਂ ਆਪਣੇ ਕਾਪੀਜ਼ ਤੇ ਇਹਨੂੰ ਲਿਖਣਾ ਹੈ ਇਸ ਫਾਰਮ ਚ। ਦੇਖੋ u प्लस a कॉमन कर लो, पहली दो टर्म ਵਿੱਚ n ਨੂੰ ਪੋਜ਼ਿਟਿਵ ਲੈ ਲਓ, ਮਾਈਨਸ ਹਾਫ ਇੱਧਰ ਕਰ ਦਿਓ, ਠੀਕ ਹੈ ਗੱਲ? आ जाएगा? Yes, Yes, sir. ਅਸੀਂ यूज करते हैं Sn is equal to u plus a by 2 times 2n minus 1. This is the fourth equation of motion for uniformly accelerated motion. बहुत important है, clear? yes, sir. हाँ जी, ਸਰ ਪਿਛਲੀ ਸਲਾਈਡ 'ਚ ਜਿਹੜਾ ਤੁਸੀਂ nth ਬਲੂ ਨਾਲ ਹਾਈਲਾਈਟ ਕੀਤਾ ਉਹ ਨਹੀਂ ਸਮਝ ਆਇਆ। देखो ना ए वाला जिवें मान लो टोटल 10 सेकंड सीगे, मान लो ना n ਦੀ वैल्यू 10 लेके सोचो, ਯੈਸ ਸਰ। 10 सेकंड ਚ ब्लैक वाला हो गया डिस्टेंस ट्रैवल्ड, है ना? ਹਾਂਜੀ ਸਰ। ਤੇ ਪਹਿਲੇ 9 सेकंड ਵਿੱਚ ਇੰਨਾ ਹੋ ਗਿਆ n ਮਾਈਨਸ ਆ ਰੈਡ ਵਾਲਾ, ਯੈਸ ਤਾਂ ਸਰ। ਫਿਰ 10ਵਾਂ ਸੈਕਿੰਡ ਕਿਹੜਾ ਰਿਹਾ? ਉਹ ਬਲੂ ਵਾਲੀ ਤਾਂ ਹੋਇਆ ਨਾ ਜਿਹੜਾ ਬਚ ਗਿਆ, ਹਾਂਜੀ ਸਰ। ਇਹੀ ਹੋਇਆ ਨਾ 10th ਸੈਕਿੰਡ। ਫਿਰ ਉਹ Yes. ਆਪਾਂ n ਥਰੂ ਫਿਰ ਉਹ n-1 ਵਿੱਚ ਉਹ ਡਿਸਟੈਂਸ ਟਰੈਵਲ ਨੂੰ ਮਾਈਨਸ ਕੀਤਾ, ਬਸ ਫਾਰਮੂਲੇ ਫਿਰ ਉਹ ਉਹਲੇ ਸੀਗੇ ਸਾਡੇ ਕੋਲ, ਉਹ ਅਸੀਂ ਯੂਜ਼ ਕਰ ਸਕਦੇ ਸੀ ਪਿੱਛੋਂ, ਉਹ ਯੂਜ਼ ਕਰ ਲੈ। ਕਲੀਅਰ? ਯੈਸ ਸਰ। ਇਹ ਤਾਂ ਤੁਹਾਨੂੰ ਡੈਰੀਵੇਸ਼ਨ ਕਨਵਿੰਸ ਕਰਾਉਣ ਲਈ ਕਰਾ ਰਿਹਾ ਕਿ ਤੁਸੀਂ ਨਿਊਮੈਰੀਕਲਸ ਆਪਾਂ ਕਰ ਸਕੀਏ, ਬਾਕੀ ਇਹਨਾਂ ਦੀ ਡੈਰੀਵੇਸ਼ਨ ਤੁਹਾਨੂੰ ਕੈਲਕੂਲਸ ਮੈਥਡ ਨਾਲ ਵੀ ਕਰਾਉਂਗਾ, ਗ੍ਰਾਫਿਕਲ ਮੈਥਡ ਨਾਲ ਵੀ ਕਰਾਉਂਗਾ, ਐਂਡ ਉਹ ਸਭ ਤੁਸੀਂ ਆਪਣੇ ਨੋਟਸ 'ਚ ਲਿਖਣਾ ਹੈ, ਬਹੁਤ ਜ਼ਰੂਰੀ ਹੈ, ਪੇਪਰ 'ਚ ਆਏਗਾ। ਕਈ ਵਾਰ ਕਹਿ ਦੇਣਗੇ derive this equation by using graphical method, ਤਾਂ ਗ੍ਰਾਫ ਕਰਨਾ ਪਏਗਾ, by calculus method ਤਾਂ ਕੈਲਕੂਲਸ ਹੀ ਕਰਨਾ ਪਏਗਾ, ਇਹ ਮੈਥਡ ਨਹੀਂ ਕੋ ਅਸੈਪਟ ਕਰਾਂਗੇ, ਮਾਰਕਸ ਨਹੀਂ ਮਿਲਨੇ ਕੋਈ, ਪਹਿਲਾਂ ਦੱਸ ਰਿਹਾ ਤੁਹਾਨੂੰ ਮੈਂ, ਇਸ ਲਈ ਤੁਸੀਂ ਹਰ ਤਰ੍ਹਾਂ ਇਹਨੂੰ ਸਿੱਖੋਗੇ ਪਰ ਇਹਨੂੰ ਯੂਜ਼ ਕਰਨਾ ਹੁਣ ਸਿੱਖ ਪਾਓਗੇ। ਹਾਂਜੀ ਪਹਿਲਾਂ ਪੁੱਛੋ, ਕੋਈ ਪੁੱਛ ਰਿਹਾ ਬੱਚਾ ਕੁਝ? Sir, uniformly accelerated motion ਦਾ ਗ੍ਰਾਫ ਕਿਵੇਂ ਬਣੂਗਾ? ਗ੍ਰਾਫ ਬਣਾਣੇ ਆਪਾਂ, ਹਲੇ ਤਾਂ ਗ੍ਰਾਫਿਕਲ ਮੈਥਡ ਤੇ ਆਏ ਨਹੀਂ ਨਾ। ਨਹੀਂ ਸਰ, ਫਿਰ ਉਹਦੇ ਵਿੱਚ ਹਰੇਕ ਸੈਕਿੰਡ ਦੇ ਵਿੱਚ ਤਾਂ ਐਕਸਲਰੇਸ਼ਨ ਸੇਮ ਹੀ ਹੋਊਗੀ ਸਰ। ਹਾਂਜੀ ਹਾਂਜੀ ਬਣਾਣੇ ਆਪਾਂ ਗ੍ਰਾਫ, ਚਲੋ ਹੁਣੇ ਬਣਾ ਦਿੰਦੇ ਹਾਂ, ਲਓ। ਅੱਛਾ ਇੱਕ ਛੋਟੀ ਜਿਹੀ ਗੱਲ ਦੱਸ ਦਵਾਂ ਗ੍ਰਾਫ ਤੋਂ ਪਹਿਲਾਂ। ਦੇਖੋ ਜਿਹੜਾ ਮੋਸ਼ਨ ਇਨ ਸਟ੍ਰੇਟ ਲਾਈਨ ਹੁੰਦਾ ਤੁਹਾਡੇ ਕੋਲ ਨਾ ਇਸ ਤਰ੍ਹਾਂ ਦਾ, ਜਦੋਂ ਮੰਨ ਲਓ ਤੁਸੀਂ ਲੈਫਟ ਟੂ ਰਾਈਟ ਇਸ ਤਰ੍ਹਾਂ ਸੋਚਦੇ ਹੋ ਕਿ ਮੋਸ਼ਨ ਇਸ ਡਾਇਰੈਕਸ਼ਨ 'ਚ ਐ ਹੋ ਰਿਹਾ ਵਾ,
ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਇਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਵੈਲੋਸਿਟੀ ਲੈਂਦੇ ਹੋ ਤਾਂ ਉਹਨੂੰ ਪੋਜ਼ਿਟਿਵ ਲੈਂਦੇ ਹੋ, ਉਲਟੀ ਡਾਇਰੈਕਸ਼ਨ ਵੀ ਵੈਲੋਸਿਟੀ ਲੈਂਦੇ ਹੋ ਤਾਂ ਉਹਨੂੰ ਨੈਗੇਟਿਵ ਲੈਂਦੇ ਹੋ, ਬਿਲਕੁਲ ਉਸ ਤਰ੍ਹਾਂ ਜਿਵੇਂ ਡਿਸਪਲੇਸਮੈਂਟ ਹੁੰਦੀ ਹੈ, ਕਿਉਂਕਿ ਡਿਸਪਲੇਸਮੈਂਟ ਬਾਈ ਟਾਈਮ ਇਹਦਾ ਕਰਨਾ ਹੁੰਦਾ ਹੈ। ਐਂਡ ਅਗਰ ਐਕਸਲਰੇਸ਼ਨ ਤੁਹਾਡੀ ਇਸੀ ਡਾਇਰੈਕਸ਼ਨ 'ਚ ਹੋਈ ਯਾਨੀ ਵੈਲੋਸਿਟੀ ਡਾਇਰੈਕਸ਼ਨ 'ਚ, ਤਾਂ ਐਕਸਲਰੇਸ਼ਨ ਨੂੰ ਵੀ ਫਿਰ ਤੁਸੀਂ ਕੀ ਲੈਂਦੇ ਹੋ, ਪੋਜ਼ਿਟਿਵ, ਯਾਨੀ ਵੈਲੋਸਿਟੀ ਵਧਾ ਰਹੀ ਹੈ। ਅਦਰਵਾਈਜ਼ ਐਕਸਲਰੇਸ਼ਨ ਕੀ ਲੈਂਦੇ ਹੋ, ਨੈਗੇਟਿਵ। ਇਟ ਡਿਪੈਂਡਸ ਔਨ ਮੋਸ਼ਨ, ਸੌਰੀ ਇਟ ਡਿਪੈਂਡਸ ਔਨ ਮੋਸ਼ਨ। ਤੁਸੀਂ ਐ ਸੋਚੋ ਵੀ ਅਗਰ ਮੋਸ਼ਨ ਦੀ ਡਾਇਰੈਕਸ਼ਨ ਵਿੱਚ ਹੀ ਤੁਸੀਂ ਕਿਸੇ ਆਬਜੈਕਟ ਨੂੰ ਐਕਸਲਰੇਟ ਕਰਦੇ ਹੋ ਤਾਂ ਇਹਦਾ ਮਤਲਬ ਉਹਦੀ ਵੈਲੋਸਿਟੀ ਵਧੇਗੀ, ਅਗਰ ਉਹਦੇ ਆਪੋਜ਼ਿਟ ਕਰਦੇ ਹੋ ਤਾਂ ਵੈਲੋਸਿਟੀ ਉਹਦੀ ਘਟੇਗੀ। ਸੋ ਅਗਰ ਤੁਹਾਨੂੰ ਕਿਹਾ ਗਿਆ ਹੈ ਕਿ ਵੈਲੋਸਿਟੀ ਇਨਕਰੀਜ਼ ਹੋ ਰਹੀ ਹੈ ਤਾਂ ਐਕਸਲਰੇਸ਼ਨ ਨੂੰ ਪੋਜ਼ਿਟਿਵ ਲੈ ਲਓਗੇ, ਅਦਰਵਾਈਜ਼ ਨੈਗੇਟਿਵ ਲੈ ਲਓਗੇ। ਇੱਥੇ ਤੁਹਾਡੇ ਕੋਲ ਡਿਸੀਜਨ ਮੇਕਿੰਗ ਹੁੰਦੀ ਹੈ ਡਿਪੈਂਡਿੰਗ ਔਨ ਦਾ ਕੁਐਸਚਨ। ਪਰ ਅਗਰ ਤੁਸੀਂ ਦੇਖੋ ਮੋਸ਼ਨ ਅੰਡਰ ਗ੍ਰੈਵਿਟੀ ਪੜ੍ਹਦੇ ਹੋ, ਹੁਣ ਧਿਆਨ ਨਾਲ ਸਮਝੋ, ਮੋਸ਼ਨ ਅੰਡਰ ਗ੍ਰੈਵਿਟੀ ਜੋ ਪੜ੍ਹਦੇ ਹੋ ਤਾਂ ਉਹ ਵੀ ਤਾਂ ਤੁਹਾਡਾ ਬਿਲਕੁਲ ਸੇਮ ਹੀ ਨਹੀਂ ਹੁੰਦਾ। ਮੋਸ਼ਨ ਇਨ ਇੱਕ ਤਾਂ ਸਟ੍ਰੇਟ ਲਾਈਨ ਵੀ ਹੁੰਦਾ ਹੈ ਤੇ ਯੂਨੀਫਾਰਮਲੀ ਐਕਸਲਰੇਟਿਡ ਹੁੰਦਾ ਹੈ, ਕਿਉਂਕਿ ਜਿੰਨੀ ਕੁ ਦੂਰੀ ਤੱਕ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਵੀ ਕਿਸੇ ਪੱਥਰ ਨੂੰ ਸਿੱਟਣਾ ਆ, ਛੱਤ ਤੋਂ ਸਿੱਟਣਾ ਥੱਲੇ, ਜਾਂ ਕਿਸੇ ਬਿਲਡਿੰਗ ਤੋਂ ਨੀਚੇ ਸਿੱਟਣਾ ਹੈ, ਉਨੀ ਦੂਰੀ 'ਚ ਗ੍ਰੈਵਿਟੀ ਕਾਂਸਟੈਂਟ ਰਹਿੰਦੀ ਹੈ। ਤੇ ਗ੍ਰੈਵਿਟੀ ਦੀ ਵੈਲਿਊ ਕਿੰਨੀ ਰਹਿੰਦੀ ਹੈ, 9.8। 9.8 ਹਾਂ। ਪਰ ਸਾਡੀ ਪ੍ਰੈਕਟਿਸ ਸ਼ੀਟਸ ਵਿੱਚ ਨਾ ਅਸੀਂ ਐਂ ਕੀਤਾ ਹੈ ਕਿ ਕਈ ਵਾਰੀ ਨਾ ਆਨਸਰਸ ਤੁਹਾਡੇ 10 ਨਾਲ ਆਉਂਦੇ ਨੇ, ਤੇ ਜੇ 9.8 ਲੈਣੀ ਤੁਸੀਂ ਮੈਂਸ਼ਨ ਕਰਾਂਗੇ, ਨਹੀਂ ਤਾਂ ਤੁਸੀਂ 10 ਲੈ ਕੇ ਕੰਮ ਕਰ ਲਿਓ ਤੇ ਆਨਸਰ ਤੁਹਾਡੇ ਮੈਚ ਕਰਨਗੇ ਜ਼ਿਆਦਾਤਰ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੈਲਕੂਲੇਸ਼ਨ ਫਾਸਟ ਹੋ ਜਾਣ, ਬੱਚੇ ਬਸ ਸਿੱਖ ਜਾਣ ਚੀਜ਼ਾਂ ਨੂੰ। ਇਹਦੇ ਲਈ ਇਹਨੂੰ ਕੀ ਬੋਲਦੇ ਆ, ਇਟ ਇਜ਼ ਦਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨਾ। ਯੈਸ ਸਰ। ਅੱਛਾ, ਕੋਈ ਵੀ ਚੀਜ਼ ਅਗਰ ਐਕਸਲਰੇਟ ਹੁੰਦੀ ਹੈ ਉਹਦੇ ਪਿੱਛੇ ਇੱਕ ਚੀਜ਼ ਹੁੰਦੀ ਹੈ, ਉਹਨੂੰ ਕੀ ਕਹਿੰਦੇ ਆ, ਫੋਰਸ, ਹਨਾ। ਫੋਰਸ ਕਹਿੰਦੇ ਨਾ। ਅਸੀਂ ਫੋਰਸ ਦਾ ਜ਼ਿਕਰ ਕਾਈਨੈਮੈਟਿਕਸ ਨਹੀਂ ਕਰਦੇ, ਡਾਇਨਾਮਿਕਸ 'ਚ ਕਰਦੇ ਆ। ਪਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਹੈ, ਅਗਰ ਕੋਈ ਬੱਚਾ ਸਾਈਕਲ ਤੇ ਜਾ ਰਿਹਾ, ਦੇਖੋ ਮੰਨ ਲਓ ਸਾਈਕਲ ਤੇ ਜਾ ਰਿਹਾ ਇੱਧਰ, ਹਨਾ, ਇਸ ਤਰ੍ਹਾਂ, ਤੇ ਉਹਨੂੰ ਆ ਕੇ ਕੋਈ ਪਿੱਛੋਂ ਬੱਚਾ ਧੱਕਾ ਮਾਰਦਾ ਹੈ, ਉਹ ਇੱਧਰ ਜਾ ਰਿਹਾ ਸੀ, ਇੱਧਰ ਨੂੰ ਧੱਕਾ ਮਾਰਦਾ ਹੈ, ਵਾਟ ਇਜ਼ ਦਿਸ, ਦਿਸ ਇਜ਼ ਫੋਰਸ ਨਾ। ਇਸ ਫੋਰਸ ਦੀ ਵਜ੍ਹਾ ਨਾਲ ਇਹ ਬੱਚੇ ਦੀ ਵੈਲੋਸਿਟੀ ਵੱਧ ਜਾਏਗੀ ਨਾ। ਯੈਸ ਸਰ। ਇਹਨੂੰ ਕਹਾਂਗੇ ਐਕਸਲਰੇਟ ਹੋ ਗਿਆ ਉਹ। ਤਾਂ ਐਕਸਲਰੇਸ਼ਨ ਬੇਸਿਕਲੀ ਹੁੰਦਾ ਬੰਦਾ ਫੋਰਸ ਦੀ ਵਜ੍ਹਾ ਨਾਲ ਹੀ। ਤੇ ਅਗਰ ਕੋਈ ਬੱਚਾ ਇਹਨੂੰ ਪਿੱਛੇ ਨੂੰ ਖਿੱਚੇਗਾ ਕੈਰੀਅਰ ਫੜ ਕੇ, ਉਹ ਕਹਿ ਰਿਹਾ ਮੈਨੂੰ ਵੀ ਲੈ ਕੇ ਜਾ ਬਿਠਾ ਕੇ ਨਾਲ, ਪਿੱਛੇ ਨੂੰ ਖਿੱਚ ਰਿਹਾ, ਉਹਨੂੰ ਲੜ ਰਿਹਾ ਉਹਦੇ ਨਾਲ, ਛੋਟਾ ਭਰਾ ਉਹਦਾ, ਤਾਂ ਇਹ ਦੀ ਮੋਸ਼ਨ ਇੱਧਰ ਸੀਗਾ, ਹੁਣ ਇਹਦੀ ਵੈਲੋਸਿਟੀ ਵਧੇਗੀ ਘਟੇਗੀ, ਸਾਰੀ ਐਕਸਲਰੇਸ਼ਨ ਦੀ ਡਾਇਰੈਕਸ਼ਨ ਬੇਸਿਕਲੀ ਪਿੱਛੇ ਨੂੰ ਹੋਏਗੀ। ਇਹਨੂੰ ਹੀ ਆਪਾਂ ਕਹਿੰਦੇ ਵੈਲੋਸਿਟੀ ਉਹਦੀ ਘਟਾਏਗਾ ਉਹ, ਕਿਉਂਕਿ ਮੋਸ਼ਨ ਤੋਂ ਉਲਟੀ ਡਾਇਰੈਕਸ਼ਨ 'ਚ ਫੋਰਸ ਲੱਗ ਰਿਹਾ ਉਹਨੂੰ, ਤੇ ਆਪਾਂ ਐਕਸਲਰੇਸ਼ਨ ਨੂੰ ਨੈਗੇਟਿਵ ਲੈਂਦੇ। ਕਲੀਅਰ ਹੈ ਗੱਲ? ਯੈਸ ਸਰ। ਇਸੇ ਤਰ੍ਹਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਮੋਸ਼ਨ ਅੰਡਰ ਗ੍ਰੈਵਿਟੀ ਕਹਿੰਦੇ ਆ, ਐਂ ਹਵਾ ਵਿੱਚ ਉਛਾਲ ਦਿੰਦੇ ਆ ਕੋਈ ਵੀ ਪੱਥਰ, ਉਸ ਪੱਥਰ ਨੂੰ ਗ੍ਰੈਵਿਟੀ ਦਾ ਫੋਰਸ ਹਮੇਸ਼ਾ ਥੱਲੇ ਨੀਚੇ ਨੂੰ ਲੱਗਦਾ ਨਾ। ਤਾਂ ਇਸ ਲਈ ਉਹਦੀ ਜੀ ਦੀ ਜਿਹੜੀ ਵੈਲਿਊ ਹੈ ਉਹ ਹੁਣ ਆਪਾਂ ਦੇਖਾਂਗੇ ਕਿ ਆਪਾਂ ਪੋਜ਼ਿਟਿਵ ਜਾਂ ਨੈਗੇਟਿਵ ਕਿਹੜੇ ਸੈਂਸ 'ਚ ਲੈਣੀ ਹੈ। ਯਾਦ ਰੱਖਣਾ, ਕੁਝ ਕਿਤਾਬਾਂ ਦੇ ਵਿੱਚ ਇਕੁਏਸ਼ਨਸ ਆਫ ਮੋਸ਼ਨ ਉਹ ਬਦਲ ਦਿੰਦੇ ਨੇ, ਤੁਸੀਂ ਨਹੀਂ ਬਦਲਣੀਆਂ, ਕਨਫਿਊਜ਼ ਹੋ ਜਾਓਗੇ। ਮੈਂ ਜਿਵੇਂ ਕਹਿ ਰਿਹਾ ਉਵੇਂ ਕਰਨਾ। ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਜਦੋਂ ਤੁਸੀਂ ਮੋਸ਼ਨ ਅੰਡਰ ਗ੍ਰੈਵਿਟੀ ਕਰੋਗੇ, ਆਹੀ ਇਕੁਏਸ਼ਨਸ ਆਫ ਮੋਸ਼ਨ ਤੁਸੀਂ ਯੂਜ਼ ਕਰੋਗੇ ਜੋ ਤੁਸੀਂ ਹੁਣ ਯੂਜ਼ ਕਰ ਰਹੇ ਸੀ, ਪਰ ਹੁਣ ਤੁਹਾਨੂੰ ਐਕਸਲਰੇਸ਼ਨ ਦੀ ਬਜਾਏ ਇਹ ਐਕਸਲਰੇਸ਼ਨ ਮਿਸਿੰਗ ਹੋਏਗੀ। ਤੁਹਾਨੂੰ ਆਪਣੇ ਆਪ ਪਤਾ ਕਿ ਉਹ 10 ਲੈਣੀ ਹੈ ਅਗਰ ਨਹੀਂ ਕਿਹਾ ਕੁਝ ਤਾਂ। ਸੋ ਦੇਖੋ, ਅਗਰ ਕੋਈ ਆਬਜੈਕਟ, ਪਹਿਲਾਂ ਤਾਂ ਚਲੋ ਇਕੁਏਸ਼ਨ ਲਿਖ ਹੀ ਲਓ, ਇੱਥੇ ਆਏਗੀ ਫਾਈਨਲ ਵੈਲੋਸਿਟੀ v ਇਜ਼ ਇਕੁਅਲ ਟੂ ਇਨੀਸ਼ੀਅਲ ਵੈਲੋਸਿਟੀ ਪਲੱਸ ਐਕਸਲਰੇਸ਼ਨ ਦੀ ਜਗ੍ਹਾ ਤੇ ਇੱਥੇ ਕੀ ਲਿਖਦੇ ਨੇ ਅਸੀਂ, gt। ਠੀਕ ਹੈ, s ਦੀ ਜਗ੍ਹਾ ਤੇ ਅਸੀਂ ਹਾਈਟ ਯੂਜ਼ ਕਰ ਲੈਂਦੇ ਆ ਇੱਥੇ ਹੁਣ, ਕਿਉਂਕਿ ਇੱਥੇ ਹੁਣ ਮੋਸ਼ਨ ਅੰਡਰ ਗ੍ਰੈਵਿਟੀ ਹੁੰਦਾ ਤਾਂ ਹਾਈਟ ਬਦਲਦੀ ਹੈ ਨਾ। ਯੈਸ ਸਰ। ut ਉਹੀ ਬਿਲਕੁਲ ਪਹਿਲਾ ਵਾਲਾ ਹੀ, ਹਾਫ a ਦੀ ਜਗ੍ਹਾ ਤੇ gt ਸਕੁਅਰ t ਸਕੁਅਰ, v ਸਕੁਅਰ minus u ਸਕੁਅਰ is equal to 2gh h, ਤੇ h nth ਵੀ ਇੱਥੇ ਇੱਕ ਨਵੀਂ ਚੀਜ਼ ਆ ਗਈ ਹੈ ਹੁਣ, that u plus g/2 into 2n-1। ਇਹ ਕਿੱਥੋਂ ਆਈ ਪਤਾ ਲੱਗ ਗਿਆ ਨਾ ਹੁਣ? ਯੈਸ ਸਰ। ਇਹ ਬੜੀ ਇੰਪੋਰਟੈਂਟ ਚੀਜ਼ ਹੈ, ਇਹਨੂੰ ਯੂਜ਼ ਕਰਾਂਗੇ ਆਪਾਂ। ਪਰ ਹੁਣ ਆਪਾਂ ਇੱਕ ਗੱਲ ਸਿੱਖ ਲਈਏ ਕਿ ਅਗਰ ਤੁਸੀਂ ਕਿਸੇ ਪੱਥਰ ਨੂੰ ਜ਼ਮੀਨ ਤੋਂ ਉੱਪਰ ਸਿੱਟਿਆ, ਮੰਨ ਲਓ ਆ ਜ਼ਮੀਨ ਹੈ ਤੇ ਕਿਸੇ ਪੱਥਰ ਨੂੰ ਉੱਪਰ ਸਿੱਟਿਆ, ਜਦੋਂ ਤੁਸੀਂ ਪੱਥਰ ਨੂੰ ਉੱਪਰ ਸਿੱਟਿਆ ਕਿਸੇ ਨਾ ਕਿਸੇ ਵੈਲੋਸਿਟੀ ਨਾਲ u ਨਾਲ ਸਿੱਟੇ ਹੋਣਾ, ਪੱਕੀ ਗੱਲ ਹੈ। ਯੈਸ ਸਰ। ਤਾਂ ਜੇ ਉਹ ਉੱਪਰ ਜਾ ਰਿਹਾ, ਮੰਨ ਲਓ ਉਹਦੀ ਜੌਰਨੀ ਤੁਸੀਂ ਸਿਰਫ ਉੱਪਰ ਨੂੰ ਦੇਖ ਰਹੇ ਹੋ, ਤਾਂ ਉਸ ਕੇਸ ਜਦੋਂ ਉਹ ਉੱਪਰ ਜਾ ਰਿਹਾ ਤਾਂ ਗ੍ਰੈਵਿਟੀ ਉਹਨੂੰ ਕਿੱਧਰ ਨੂੰ ਖਿੱਚ ਰਹੀ ਹੈ, ਪਿੱਛੇ ਨੂੰ ਨਾ। ਨੀਚੇ ਨੂੰ। ਤਾਂ ਇਸ ਕੇਸ ਦੇ ਵਿੱਚ ਜਦੋਂ ਅਪਵਰਡ ਮੋਸ਼ਨ ਹੋਏਗਾ ਅਗਰ,
ਅਪਵਰਡ ਮੋਸ਼ਨ ਹੋ ਰਿਹਾ ਹੈ ਤਾਂ ਤੁਸੀਂ ਉੱਥੇ g ਦੀ ਵੈਲਿਊ ਨੂੰ ਪੁੱਟ ਕਰੋਗੇ -10 ਮੀਟਰ ਪਰ ਸੈਕਿੰਡ ਸਕੁਅਰ ਜਾਂ -9.8 ਮੀਟਰ ਪਰ ਸੈਕਿੰਡ ਸਕੁਅਰ। ਇਹ ਯਾਦ ਰਹੇਗਾ ਸਭ ਨੂੰ, ਕਿਉਂ? ਕਿਉਂਕਿ Yes, sir. ਤੁਹਾਨੂੰ ਜਾਂਦੇ ਹੋਏ ਚੀਜ਼ ਦੀ ਵੈਲੋਸਿਟੀ ਘਟਦੀ ਹੈ। ਅਗਰ ਮੋਸ਼ਨ ਤੁਹਾਡਾ ਡਾਊਨਵਰਡ ਹੋ ਰਿਹਾ, ਡਾਊਨਵਰਡ ਮੋਸ਼ਨ, ਉਸ ਕੇਸ ਤੁਸੀਂ g ਹਮੇਸ਼ਾ Positive. ਪੋਜ਼ਿਟਿਵ ਯੂਜ਼, ਯਾਨੀ ਤੁਸੀਂ ਵੈਲਿਊਜ਼ ਨੂੰ ਬਦਲ ਲੋਗੇ ਆਪਣੇ ਹਿਸਾਬ ਨਾਲ ਮੋਸ਼ਨ ਦੀ ਡਾਇਰੈਕਸ਼ਨ ਦੇਖ ਕੇ, ਪਰ ਤੁਸੀਂ ਫਾਰਮੂਲਾ ਨਹੀਂ ਬਦਲੋਗੇ, ਫਾਰਮੂਲਾ ਉਹੀ ਰਹੇਗਾ, ਯਾਨੀ ਕਿ ਇਹਨੂੰ ਨਹੀਂ ਛੇੜਨਾ। ਬੱਚੇ ਇਹਨੂੰ ਇੱਥੇ ਨੈਗੇਟਿਵ g ਦੀ ਜਗ੍ਹਾ ਨੈਗੇਟਿਵ -u -gt ਲਿਖਣ ਲੱਗ ਜਾਂਦੇ ਨੇ, ਉਹਦੇ ਨਾਲ ਪੰਗਾ ਪੈ ਜਾਂਦਾ। ਤੁਸੀਂ ਆਪਣਾ ਯਾਦ ਰੱਖਣਾ ਕਿ ਤੁਸੀਂ g ਦੀ ਵੈਲਿਊਜ਼ ਨੂੰ ਅਪਵਰਡ ਜਾਂ ਡਾਊਨਵਰਡ ਮੋਸ਼ਨ ਲਈ ਅਲੱਗ-ਅਲੱਗ ਲੈ ਲੈਣਾ ਹੈ, ਔਰ ਬਾਕੀ ਸਾਰਾ ਜਿਹੜੀ ਕਾਰਵਾਈ ਆ ਉਹ ਸੇਮ ਰਹੇਗੀ। ਕਲੀਅਰ ਹੈ ਗੱਲ ਸਭ ਨੂੰ? ਯੈਸ ਸਰ। Yes, sir. ਠੀਕ ਹੈ ਨਾ। ਸੋ ਇਹਦੇ ਵਿੱਚ ਜਿਵੇਂ ਕਿ ਕਿਵੇਂ ਆਪਾਂ ਦੇਖਦੇ ਹਾਂ, ਕਿਉਂਕਿ ਮੋਸ਼ਨ ਅੰਡਰ ਗ੍ਰੈਵਿਟੀ ਨੂੰ ਇਸੇ ਕੈਟਾਗਰੀ 'ਚ ਰੱਖਦੇ ਆ ਆਪਾਂ। ਜਿਵੇਂ ਫੋਰ ਐਗਜ਼ਾਮਪਲ ਆਹ ਕੁਐਸਚਨ ਦੇਖੋ, ਤੇ ਤੁਹਾਨੂੰ ਪਤਾ ਕਿ ਹਾਈਐਸਟ ਪੀਕ ਤੇ ਪਹੁੰਚ ਕੇ ਵੈਲੋਸਿਟੀ ਬੋਡੀ ਦੀ ਕਿੰਨੀ ਹੋ ਜਾਂਦੀ ਹੈ? 0. ਜ਼ੀਰੋ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਯੂਜ਼ ਕਰੋਗੇ। ਜਿਵੇਂ ਦੇਖੋ, ਅ ਬੋਡੀ ਇਜ਼ ਰਿਲੀਜ਼ਡ from the top of the tower, falls through half the height of tower in 3 seconds. So ਤੁਸੀਂ ਸਿਰਫ ਗੱਲ ਨੂੰ ਧਿਆਨ ਨਾਲ ਸਮਝੋ, ਆ ਟਾਵਰ ਹੈ ਤੇ ਟਾਵਰ ਦੀ ਹਾਈਟ ਤੁਹਾਨੂੰ ਗਿਵਨ ਹੈ ਹੀ ਨਹੀਂ। ਆ ਟਾਵਰ ਹੈ, ਆ ਮੰਨ ਲਓ ਜ਼ਮੀਨ ਹੈ, ਠੀਕ ਹੈ। ਤਾਂ ਬੋਡੀ ਇਜ਼ ਰਿਲੀਜ਼ਡ, ਜਸਟ ਰਿਲੀਜ਼ ਦਾ ਮਤਲਬ ਹੁੰਦਾ ਹੈ ਉਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ? 0. ਜਸਟ ਰਿਲੀਜ਼ ਕੀਤਾ, ਯਾਨੀ ਉਹਨੂੰ ਪੁਸ਼ ਨਹੀਂ ਕੀਤਾ ਨੀਚੇ ਨੂੰ, ਨੀਚੇ ਨੂੰ ਪੁਸ਼ ਕਰਕੇ ਸਿੱਟੂਗਾ ਫੇਰ ਨਹੀਂ u0 ਹੋਏਗੀ, ਉਹਨੂੰ ਜਸਟ ਛੱਡਤਾ, ਰਿਲੀਜ਼ਡ, u0 ਹੈ। it falls through half the height of tower, so you don't know the height na, so just take it as h। ਤੁਸੀਂ 2h ਵੀ ਲੈ ਸਕਦੇ ਹੋ, 2h ਲੈ ਲਓ। ਐਂਡ ਚ ਕਨਫਿਊਜ਼। ਹਾਂਜੀ So ਠੀਕ ਹੈ 2h ਨਾਲ ਕਨਵੀਨੀਅੰਸ ਨਹੀਂ ਹੋਊਗੀ ਜ਼ਿਆਦਾ? ਹਾਂ ਬਿਲਕੁਲ, ਮੈਂ ਕਹਿੰਦਾ 2h ਲੈ ਸਕਦੇ ਹੋ, ਤੇ ਹਾਫ ਡਿਸਟੈਂਸ ਫਿਰ ਇੱਥੇ ਤੱਕ ਦਾ ਤੁਸੀਂ h ਲੈ ਲਓ, ਹਨਾ। ਤੇ h ਡਿਸਟੈਂਸ ਉਹਨੇ ਜਿਹੜਾ ਕਵਰ ਕੀਤਾ ਆ ਇੱਥੇ, ਯਾਨੀ ਹਾਈਟ ਜਿਹੜੀ ਕਵਰ ਕੀਤੀ ਆਪਾਂ ਕਹਿੰਦੇ ਆ h ਹੈ, h ਦੀ ਜਗ੍ਹਾ ਆਪਾਂ ਯੂਜ਼ ਕਰ ਰਹੇ ਹਾਂ h, ਹਨਾ, ਫਾਰਮੂਲੇ ਵਿੱਚ। ਤੇ ਫਾਈਨਲ ਵੈਲੋਸਿਟੀ ਸਾਨੂੰ ਪਤਾ ਹੀ ਨਹੀਂ ਹੈ ਨਾ, 3 ਸੈਕਿੰਡ ਬਾਅਦ ਕੁਝ ਤਾਂ ਹੋਏਗੀ, ਮੈਨੂੰ ਨਹੀਂ ਪਤਾ ਕੀ ਹੈ। ਟਾਈਮ ਕਿੰਨਾ ਪਰ? 3 seconds। 3 seconds ਹੈ, ਪੂਰੇ 3 seconds। ਐਂਡ ਇੱਥੇ ਜਦ ਤੱਕ ਆਉਂਦਾ, ਤੇ ਐਕਸਲਰੇਸ਼ਨ ਕਿੰਨੀ ਹੈ ਦੱਸੋ? 9.8 +10 ਲੈ ਲਓ, ਠੀਕ ਹੈ। ਵੈਸੇ ਦੇਖੋ ਇਹ ਥੋੜੀ ਜੀ ਸਾਡੇ ਚ ਉਹ ਹੈਗੀ ਆ, ਸਾਨੂੰ ਇੱਥੇ ਇਹ ਪ੍ਰੈਕਟਿਸ ਸ਼ੀਟ 'ਚ ਨਾ ਮੈਂ ਇਹ ਅਸੈਪਟ ਕਰਦਾ, ਸਾਨੂੰ ਮੈਂਸ਼ਨ ਨਹੀਂ ਕਰਨਾ ਹੀ ਚਾਹੀਦਾ ਕਿ ਜੀ ਕਿੰਨਾ ਲਈਏ, ਕਈ ਵਾਰ ਮੈਂਸ਼ਨ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਕੀ ਹੈ ਤੁਸੀਂ ਐਗਜ਼ੈਕਟਲੀ ਫਿਰ ਤੁਹਾਡਾ ਆਨਸਰ ਮੈਚ ਕਰਨ 'ਚ ਪ੍ਰੋਬਲਮ ਆ ਜਾਏਗੀ ਬੱਚਿਆਂ ਨੂੰ। ਕੋਈ 9.8 ਕਰ ਰਿਹਾ ਉਹ ਵੀ ਠੀਕ ਹੈ, 10 ਕਰ ਰਿਹਾ ਉਹ ਵੀ ਠੀਕ ਹੈ, ਜਦੋਂ ਕੁਝ ਦਿੱਤਾ ਹੀ ਨਹੀਂ ਹੈ ਤਾਂ ਆਪਣੀ ਮਰਜ਼ੀ ਹੈ। ਪਰ ਮੈਂ ਤੁਹਾਨੂੰ ਹੁਣ ਪਹਿਲਾਂ ਹੀ ਦੱਸ ਰਿਹਾ ਇਸ ਲਈ ਤੁਸੀਂ 10 ਨਾਲ ਹੀ ਟਰਾਈ ਕਰਿਓ, 10 ਨਾਲ ਸਾਰੇ ਕੁਐਸਚਨ ਹੋਣਗੇ, ਠੀਕ ਹੈ, ਜਦ ਤੱਕ ਮੈਂਸ਼ਨ ਨਹੀਂ। ਅੱਛਾ ਜੀ, ਪੁੱਛਿਆ ਕੀ ਹੈ? ਪੁੱਛਿਆ ਕੀ ਹੈ? ਐਕਸਕਿਊਜ਼ ਮੀ ਸਰ। ਹਾਂਜੀ ਹਾਂਜੀ ਸਰ ਇਹ u0 ਹੈ ਸਰ, ਇਹ ਵਾਲਾ ਕਨਸੈਪਟ ਦੱਸੋ ਕਦੋਂ u0 ਹੋਊਗਾ ਕਦੋਂ ਨਹੀਂ ਹੋਊਗਾ? ਜਦੋਂ ਉਹਨਾਂ ਨੇ ਸਿਰਫ ਰਿਲੀਜ਼ ਕੀਤਾ ਬੋਡੀ ਨੂੰ, ਉਹਨੇ ਛੱਡਿਆ ਵਾ ਉੱਪਰੋਂ, ਜਦ ਬੋਡੀ ਨੇ ਕਿਹਾ ਬੋਡੀ ਰਿਲੀਜ਼ਡ ਫਰਮ ਟਾਪ ਆਫ ਟਾਵਰ, ਹਨਾ। ਰਿਲੀਜ਼ਡ ਜੇ ਕਹਿਤਾ, ਰਿਲੀਜ਼ ਮਤਲਬ ਛੱਡਿਆ ਵਾ ਉਹਨੂੰ, ਜੇ ਛੱਡਿਆ ਹੀ ਹੈ ਜਸਟ ਤਾਂ ਫਿਰ u0 ਹੀ ਹੈ ਨਾ। ਤੇ ਸਰ 0 ਕਦੋਂ ਨਹੀਂ ਹੋਊਗਾ? ਜਦੋਂ ਉਹਨੂੰ ਬਾਲ ਨੂੰ ਨੀਚੇ ਨੂੰ ਪੁਸ਼ ਕੀਤਾ ਉਹਨੇ, ਜਿਵੇਂ ਇੱਥੋਂ ਉਹਨੇ ਧੱਕਾ ਮਾਰਿਆ ਨੀਚੇ ਨੂੰ ਪੁਸ਼ ਕੀਤਾ, ਠੀਕ ਹੈ। अब फिर उसे कहेंगे पर that body is pushed downward with this much velocity, है ना, या at t equal to 0 from the top of a tower। ज्यादातर आप रिलीज करते हैं तो आप एंगल करते हैं, ठीक है। ਹੁਣ ਜਿਵੇਂ u0 ਉਦੋਂ ਵੀ ਨਹੀਂ ਹੋਊਗਾ ਜਦੋਂ ਉਹਨਾਂ ਨੇ ਮੰਨ ਲਾ ਬੋਡੀ ਨੂੰ ਉੱਪਰ ਉਛਾ ਲਿਆ, ਜਦੋਂ ਬੋਡੀ ਨੂੰ ਉੱਪਰ ਛੱਡੋਗੇ ਫਿਰ ਪਹਿਲਾਂ ਉੱਪਰ ਜਾਊਗੀ ਬੋਡੀ, ਫਿਰ ਨੀਚੇ ਆਊਗੀ ਨਾ। ਯੈਸ। ਫਿਰ ਉੱਥੇ ਫਿਰ ਤੁਹਾਨੂੰ u0 ਥੋੜੀ ਲੈ ਸਕਦੇ ਆ, u ਤਾਂ ਉੱਪਰ ਨੂੰ ਸੀਗਾ, ਜੋ ਰਿਲੀਜ਼ ਕੀਤਾ ਤਾਂ ਐਕਸਲਰੇਸ਼ਨ ਨੇ ਆਪਣੇ ਵੱਲ ਨੂੰ ਉਹਨੂੰ ਲੈ ਗਈ, ਬਸ ਆ ਗਿਆ। ਹੁਣ ਇੱਥੇ ਦੇਖੋ ਆਪਾਂ ਨੂੰ ਕਿਹਾ ਇਟ ਵਿਲ ਰੀਚ ਦਾ ਗਰਾਊਂਡ ਆਫਟਰ ਨੀਅਰਲੀ ਕਿੰਨੇ ਸੈਕਿੰਡ। ਸੋ ਨੀਚੇ ਗਰਾਊਂਡ ਤੱਕ ਪਹੁੰਚਣ 'ਚ ਉਹਨੂੰ ਕਿੰਨਾ ਟਾਈਮ ਲੱਗੇਗਾ, ਅਸੀਂ ਆ ਪਤਾ ਕਰਨਾ ਚਾਹੁੰਦੇ ਆ ਉੱਪਰੋਂ। ਜੇ 3 ਸੈਕਿੰਡ 'ਚੋਂ ਹਾਫ ਡਿਸਟੈਂਸ ਟਰੈਵਲ ਕਰ ਗਈ, ਹੁਣ ਕਈ ਕਹਿਣਗੇ ਆ ਦੇਖੋ ਜੀ ਆਂਸਰ 6 ਸੈਕਿੰਡ, ਜੇ ਅੱਧਾ 3 ਸੈਕਿੰਡ, ਅਗਲਾ। ਪਰ ਨਹੀਂ, ਇਹ ਮੋਸ਼ਨ ਕਿਹੜਾ ਹੈ? ਇਹ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਹੈ। ਇੱਥੋਂ ਰਿਲੀਜ਼ ਕੀਤਾ ਬੋਡੀ ਤੇਜ਼ ਹੁੰਦੀ ਆਈ, ਇੱਥੋਂ ਰਿਲੀਜ਼ ਕੀਤਾ ਇੱਥੇ ਆ ਕੇ ਥੋੜੀ ਤੇਜ਼ ਹੋ ਗਈ,
ਇੱਥੇ ਥੋੜੀ ਹੋਰ ਤੇਜ਼ ਹੋ ਗਈ, ਸੋਚੋ ਹੋਰ ਤੇਜ਼ ਹੋ ਗਈ, ਇੱਥੇ ਹੋਰ ਤੇਜ਼ ਹੋ ਗਈ, ਯਾਨੀ ਫਿਰ ਨੀਚੇ ਆ ਵਾਲਾ ਟਾਈਮ ਜਿਹੜਾ ਇਹ 3 ਸੈਕਿੰਡ ਥੋੜੀ ਲੱਗੇਗਾ ਉਹਨਾਂ ਨੂੰ, ਹਨਾ। ਯੈਸ ਸਰ। ਸੋਚਣਾ ਹੈ ਇਕੁਏਸ਼ਨ ਮੋਸ਼ਨ ਲਗਾਉਣ ਤੋਂ ਪਹਿਲਾਂ ਵੀ। ਸੋ ਹੁਣ ਦੇਖੋ ਮੈਂ ਇਹ ਕਹਿ ਰਿਹਾ ਕਿ ਇੱਥੇ ਲਗਾਓ ਪਹਿਲਾਂ ਤਾਂ ਇਕੁਏਸ਼ਨ ਮੋਸ਼ਨ ਕਿਹੜੀ ਲੱਗਦੀ ਹੈ, ਦੇਖੋ सर h is equal to ut plus half at square। हाँ ut करोगे तो खत्म हो गया, हाफ आ गया, एक्सेलरेशन आ गई 10 ਤੇ t स्क्वायर आ गया 9, h कितना आ गया दसो मैनू हुण 45 मीटर। 45 देयरफॉर टोटल हाइट भी तो मिल गई ना ਤੁਹਾਨੂੰ पूरी ओदी। यस सर। वो कितनी आ गई 90। ਹੁਣ टोटल हाइट की गल करो बस, टोटल हाइट इन्नी है। ਹੁਣ इनिशियल वेलोसिटी ਤੁਹਾਨੂੰ ਹਲੇ ਵੀ ਪਤਾ ਹੈ 0, एक्सेलरेशन ਤੁਹਾਨੂੰ ਹਲੇ ਵੀ ਪਤਾ ਹੈ +10 ਤੇ ਟਾਈਮ ਤੁਸੀਂ ਹੁਣ ਪਤਾ ਕਰਨਾ ਹੈ, ਆਹੀ ਤਾਂ ਪਤਾ ਕਰਨਾ ਹੈ ਕਿ ਪੂਰੀ ਨੀਚੇ ਤੱਕ ਪਹੁੰਚਣ ਕਿੰਨਾ ਟਾਈਮ ਲੱਗੇਗਾ। ਉਹ ਟਾਈਮ ਕਿੱਥੋਂ ਲੱਗੇਗਾ, ਹੁਣ ਹਾਈਟ ਦੀ ਜਗ੍ਹਾ ਹੁਣ ਪੁੱਟ ਕਰੋਗੇ 90 ut, ਫਿਰ 0 ਹੋ ਜਾਏਗਾ ਹਾਫ a t स्क्वायर ना। यस सर। कितना आ जाएगा ये t स्क्वायर इज इक्वल टू 18 रूट 18 रूट 18 ਨੂੰ ਸੋਲਵ ਕਰਨਾ ਕੈਲਕੂਲੇਟਰ ਦੇ ਚੱਕਰ 'ਚ ਜ਼ਿਆਦਾ ਵੀ ਨਾ ਪੈਣਾ, ਥੋੜਾ ਇੰਨਾ ਤਾਂ ਸਿੱਖੋ ਨਾ। 3√2 4 4 ਦਾ 16 डिवाइडेड बाय, हाँ बल्कि वो भी ठीक है, वो जो बच्चा कह रहे हैं वो ठीक कह रहे हैं 3√2 ना, 3√2 बिल्कुल सीधा ही आ गया, ਇਹਨੂੰ ਲੋੜ ਹੀ ਨਹੀਂ ਇਸ ਤਰ੍ਹਾਂ ਕਰਨ, ਪਰ ਤੁਹਾਨੂੰ ਪਤਾ ਕਰਨਾ ਆਂਦਾ ਨਾ √2 ਵੈਸੇ। yes sir 1.414 ਇਹਨੂੰ ਮਲਟੀਪਲਾਈ ਕਰਕੇ ਦੇਖ ਲਓ ਕੋਈ ਨਾ ਕੋਈ ਆंसर ਆ ਜਾਏਗਾ। आई थिंक दिस ਸਭ ਨੂੰ ਸਮਝ ਲੱਗੀ ਗੱਲ। यस सर। ਸਰ ਅਸੀਂ ਇਹਨੂੰ ਦੂਸਰੇ ਵੇ ਨਾਲ ਵੀ ਕਰ ਸਕਦੇ ਹਾਂ। ਕਿਸ ਤਰ੍ਹਾਂ ਸਰ ਜਿੱਦਾਂ ਹੁਣ ਅਸੀਂ ਜਿੱਥੇ ਐਂਡ ਹੋਇਆ ਸੀਗਾ ਹਾਫ ਡਿਸਟੈਂਸ ਤੇ ਜੇ ਅਸੀਂ ਵੈਲੋਸਿਟੀ ਉਹਦੀ ਫਾਈਂਡ ਕਰ ਲਈਏ ਤੇ ਫਿਰ ਅਸੀਂ ਹਾਂ। ਬਾਕੀ ਹਾਫ ਦੂਸਰੇ ਦਾ ਅਸੀਂ ਫਾਈਂਡ ਕਰ ਸਕਦੇ ਹਾਂ ਫਿਰ। ਹਾਂ ਫਿਰ ਦੇਖੋ ਨਾ ਪਹਿਲਾਂ ਤਾਂ ਤੁਸੀਂ ਵੈਲੋਸਿਟੀ ਦੀ ਲਗਾ ਕੇ ਇੱਥੇ ਇਸ ਐਂਡ ਤੇ ਵੈਲੋਸਿਟੀ ਫਾਈਨਲ ਵੈਲੋਸਿਟੀ ਪਤਾ ਕਰੋਗੇ ਨਾ ਉਹਦੀ, ਹੈਨਾ। ਯੈਸ ਸਰ। ਉਹਦੇ ਲਈ ਤੁਹਾਨੂੰ ਲੋੜ ਪਏਗੀ ਸਿਰਫ u t ਤੇ a ਦੀ, ਹੈਨਾ। ਯੈਸ ਸਰ। ਤੇ ਇਹ ਵੈਲੋਸਿਟੀ ਤੁਹਾਡੀ ਕਿੰਨੀ ਆਏਗੀ, ਦੇਖੋ ਬੱਚੇ ਨੇ ਜੋ ਸਵਾਲ ਕੀਤਾ ਸਾਰੇ ਧਿਆਨ ਦਿਓ, ਉਹ ਕਹਿ ਰਹੀ ਹੈ ਫਾਈਨਲ ਵੈਲੋਸਿਟੀ ਪਤਾ ਕਰ ਲਓ ਇਸ ਜਗ੍ਹਾ ਤੇ, ਉਹ ਕਿੰਨੀ ਆਏਗੀ, आएगी 30 सॉरी है ना। यस सर। u plus at करके देखो u plus a into t। यस सर। ਹੁਣ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ ਤੁਹਾਡੀ 30 ਮੰਨ ਲਓ। ਹੁਣ ਇਸ ਜਗ੍ਹਾ ਤੇ ਲਗਾਓ ਮੋਸ਼ਨ ਦੀ ਇਕੁਏਸ਼ਨ, ਇਸ ਜੇ ਤੁਸੀਂ ਕਨਫਿਊਜ਼ ਹੋਣਾ ਸੀ ਬਸ ਥੋੜਾ ਤਾਂ ਮੈਂ ਉਹ ਨਹੀਂ ਲਿਆ, ਪਰ ਤੁਸੀਂ ਆਪ ਇੰਨਾ ਵਧੀਆ ਸੋਚ ਰਹੇ ਹੋ ਤਾਂ ਤੁਸੀਂ ਸੋਚੋ u ਇਕੁਅਲ ਟੂ ਇੰਨਾ ਆ ਗਿਆ। ਹੁਣ ਤੁਹਾਡੇ ਹੁਣ ਇੱਥੇ ਇਨੀਸ਼ੀਅਲ ਇਹਨੂੰ ਲਓ ਤੇ ਡਿਸਟੈਂਸ ਕਿੰਨਾ ਹੋ ਗਿਆ, ਉਹ 45 ਮੀਟਰ ਲੈ ਲਓ, है ना। टाइम पढ़ लो, एक्सेलरेशन पता ही है, बिल्कुल सेम आंसर आएगा, करके देखिए। पर जेड़ा इसका टाइम आएगा वो 3 सेकंड नाल ऐड भी करना पैना ना ऊपर नाल। यस सर। सो उस तरह आएगा, फिर 1.24 आंसर आएगा। यू कैन गो एनी वे, ते जिन्ना ਤੁਹਾਨੂੰ ਤੋੜਨਾ ਮਰੋੜਨਾ ਆਏਗਾ ਉਨਾ ਅੱਛੀ ਗੱਲ ਹੈ ਤੁਹਾਡੇ ਲਈ। जस्ट वैसे ही देखते हैं क्वेश्चन। देखो a stone is thrown है अपवर्ड। हाँ ये क्वेश्चन थोड़ा ध्यान ना समझना, किस गल ते ध्यान देना चाहिए अपन। इतों है फ्रॉम टॉप ऑफ अ टावर, टावर हैगा जी, टावर की कोई हाइट हुई पता नहीं है पर आप हले फिलहाल नहीं लिखते। हुण देखो इत्थे स्टोन इज थ्रोन वर्टिकली अपवर्ड, थ्रो किया ना इथों वर्टिकली अपवर्ड। यस सर। ओदी वेलोसिटी इधर इस तरह हुई ना। यस सर। विद वेलोसिटी u, फिलहाल u कह दिए अपन, रीचेस द ग्राउंड। देखो ध्यान ना सोचो, मोशन असल में क्यों आएगा, आप ऊपर क्या आएगा फिर नीचे आया होएगा ना। यस सर। इथे इस जगह ते इथे जो रीचेस द ग्राउंड है ते इथे दी फाइनल वेलोसिटी जिहदी वेलोसिटी नाल स्ट्राइक करदा है वो कितनी है 3। हुण मेरी गल नूं बहुत ध्यान नाल समझो कि इत्थे u जिहड़ा है ऊपर नूं है ना, तां जे तुसीं इनिशियल वेलोसिटी दी लिखनी चाहोगे ना u इनिशियल, क्योंकि इत्थे u इनिशियल i कह देना मैं नाल, क्योंकि u क्वेश्चन च गिवन है तो उहनूं मैं माइनस u लऊंगा। ये गल बड़ी इंपॉर्टेंट है, क्योंकि फाइनली तुसीं जिस मोशन नूं स्टडी कर रहे हो, तुसीं मोशन नूं पॉजिटिवली ए स्टडी कर रहे हो ना, इनिशियल पोजीशन है फाइनल ये है ना। यस सर। तो
ਤੇ ਤੁਹਾਡੀ ਜਿਹੜੀ ਵੈਲੋਸਿਟੀ ਹੈ ਉਹਦੇ ਉਲਟ ਦਿਸ਼ਾ ਵਿੱਚ ਦਿੱਤੀ ਹੋਈ ਹੈ। ਉਹ ਤਾਂ ਐਕਸਲਰੇਸ਼ਨ ਨੀਚੇ ਨੂੰ ਲੱਗ ਰਹੀ ਸੀ, ਉਹਨੇ ਪਹਿਲਾਂ u ਨੂੰ 0 ਕੀਤਾ, ਘਟਾਇਆ, ਘਟਾ ਕੇ ਫਿਰ ਨੀਚੇ ਨੂੰ ਵਧਾਇਆ ਉਹਨੇ, ਤਾਂ ਤੁਹਾਡੀ u ਇਨੀਸ਼ੀਅਲ ਬੇਸਿਕਲੀ -u ਆਏਗੀ ਇੱਥੇ, ਤੇ ਫਾਈਨਲ ਕਿੰਨੀ ਹੈ 3u। ਉਹਨੂੰ v ਕਹਿ ਦਿੰਦੇ, ਚਲੋ 3u ਆ ਇਨੀਸ਼ੀਅਲ ਯੂਜ਼ ਕਰਨੀ ਹੈ। ਹੁਣ ਫਾਈਨਲ ਇਹ ਹੋਰ ਕੀ ਹੈ, ਫਾਈਂਡ ਕੀ ਕਰਨਾ, h ਫਾਈਂਡ ਕਰਨਾ, ਤੇ g ਕਿੰਨੀ ਹੈ 10, ਔਰ g ਰੱਖੋ। ਦੇਖੋ ਤੁਹਾਨੂੰ ਆਪਣੇ ਆਪ ਹੁਣ ਤੁਸੀਂ ਕਹੋਗੇ ਸਰ ਪਤਾ ਕਿਵੇਂ ਲੱਗੇਗਾ, ਇੱਥੋਂ ਪਤਾ ਲੱਗੇਗਾ ਆਨਸਰ ਚ, ਦੇਖੋ g ਗਿਵਨ ਹੈ ਨਾ ਸਭ ਜਗ੍ਹਾ, ਦੇਖੋ ਯੈਸ ਸਰ, ਪਤਾ ਹੈ ਵੀ 10 ਨਹੀਂ ਪੁੱਟ ਕਰਨੀ, ਤੇ ਮੋਸ਼ਨ ਨੀਚੇ ਨੂੰ ਲੈ ਰਹੇ ਹੋ ਨਾ, ਯੈਸ ਸਰ, ਦੇਖੋ ਸੋਚਣਾ ਇਹ ਨਾ ਸੋਚੋ ਉੱਪਰ ਸਿੱਟਿਆ ਵਾ ਤਾਂ ਅਪਵਰਡ ਮੋਸ਼ਨ ਨਹੀਂ, ਫਾਈਨਲ ਪੋਜੀਸ਼ਨ ਦੇਖੋ ਕਿੱਥੇ ਆ, ਜਿਹੜੀ ਤੁਸੀਂ ਇਕੁਏਸ਼ਨ ਅਪਲਾਈ ਕਰਨ ਜਾ ਰਹੇ ਹੋ ਉਸ ਜਗ੍ਹਾ ਤੇ ਨੀਚੇ ਨੂੰ ਹੀ ਮੋਸ਼ਨ ਹੋਇਆ, ਤਾਂ g ਦੀ ਵੈਲਿਊ ਕੀ ਲਓਗੇ +g ਕਹਿ ਲਓ, 10 ਨਹੀਂ ਕਹਿ ਰਿਹਾ ਸਰ। ਕੀ ਆਏਗਾ ਫਿਰ ਬੀ ਆਪਸ਼ਨ। ਟਾਈਮ ਤਾਂ ਇੱਥੇ ਹੈ ਨਹੀਂ ਨਾ ਆਪਣੇ ਕੋਲ, ਤਾਂ ਟਾਈਮ ਵਾਲੀ ਇਕੁਏਸ਼ਨ ਤਾਂ ਯੂਜ਼ ਨਹੀਂ ਕਰਾਂਗੇ, ਫਿਰ ਕਿਹੜੀ ਯੂਜ਼ ਕਰਾਂਗੇ, ਯੂਜ਼ ਕਰਾਂਗੇ d ਸਕੁਅਰ ਮਾਈਨਸ, ਪਰ ਇੱਥੇ -u ਦਾ ਕੋਈ ਫਰਕ ਨਹੀਂ ਪਏਗਾ ਆਪਾਂ ਨੂੰ, ਇਜ਼ ਇਕੁਅਲ ਟੂ ਇਨਟੂ a ਕਿੰਨਾ ਹੈ g ਇਨਟੂ h, ਤਾਂ h ਆ ਜਾਏਗਾ ਇੱਥੋਂ 4u ਸਕੁਅਰ ਅਪਨ g, ਹੈ 4 आएगा कि 8 आएगा, नहीं जी कट जाएगा, हाँ वो 8 हो जाएगा, तो नीचे 2 आ जाएगा, ये आ जाएगा u स्क्वायर डिवाइड बाय g 4 ऊपर आ जाएगा। समय लग रही सर नु गल, ਸਰ ਸਮਝਣ ਲੱਗੇ -u वाला समझ में आया। ਫਿਰ ਇਹ ਫਾਰਮੂਲਾ ਅਸੀਂ ਕਿੱਦਾਂ ਅਪਲਾਈ ਕਰਤਾ ਇੱਥੇ, ਹੁਣ ਦੇਖੋ ਮੈਂ ਅਗਲੇ ਪੇਜ ਤੇ ਕਰਦਾ ਦੁਬਾਰਾ ਗੱਲ, ਹੁਣ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ। ਮੰਨ ਲਓ ਤੁਸੀਂ ਇਨੀਸ਼ੀਅਲੀ ਇੱਥੋਂ ਸ਼ੁਰੂ ਕੀਤਾ ਮੋਸ਼ਨ ਨੂੰ, ਫਾਈਨਲੀ ਇੱਥੇ ਖਤਮ ਕੀਤਾ, ਇਹਦੇ ਤਾਂ ਗੱਲ ਸਮਝ ਆਈ, ਯੈਸ ਸਰ, ਤੇ ਤੁਸੀਂ ਇਸ ਤਰ੍ਹਾਂ ਐ ਕੀਤਾ, ਆ ਆਪਣੀ ਡਿਸਪਲੇਸਮੈਂਟ ਹੈ ਕਿ ਨਹੀਂ ਦੱਸੋ, ਯੈਸ ਸਰ, ਯੈਸ ਸਰ, ਡਿਸਪਲੇਸਮੈਂਟ ਤੁਸੀਂ ਆ ਰੱਖ ਲਈ, ਤੇ ਮੰਨ ਲਓ ਇਸੇ ਡਾਇਰੈਕਸ਼ਨ ਦੇ ਵਿੱਚ ਤੁਹਾਡੀ ਐਕਸਲਰੇਸ਼ਨ ਵੀ ਲੱਗ ਰਹੀ ਹੋਵੇ, ਤਾਂ ਐਕਸਲਰੇਸ਼ਨ ਤੁਸੀਂ ਕੀ ਲਓਗੇ, ਪੋਜ਼ਿਟਿਵ ਲਓਗੇ, Yes, sir. ਯੈਸ ਸਰ, ਡਿਸਪਲੇਸਮੈਂਟ ਤੁਹਾਡੀ ਕੀ ਹੋਏਗੀ, ਪੋਜ਼ਿਟਿਵ ਹੋਏਗੀ, ਯੈਸ ਸਰ, ਇਨੀਸ਼ੀਅਲ ਵੈਲੋਸਿਟੀ ਤੁਹਾਡੀ ਇਧਰੋਂ ਇੱਧਰ ਨੂੰ ਹੀ ਹੋਵੇ ਤਾਂ ਉਹਨੂੰ ਪੋਜ਼ਿਟਿਵ ਲਓਗੇ, ਯੈਸ ਯੈਸ ਸਰ, ਕਿਉਂਕਿ ਤੁਸੀਂ ਜੋ ਆ ਕੁਆਂਟੀਟੀਜ਼ ਕਰ ਰਹੇ ਹੋ ਨਾ, ਇਹ ਵੈਕਟਰ ਕੁਆਂਟੀਟੀਜ਼ ਡੀਲ ਕਰ ਰਹੇ ਹੋ ਸਾਰੇ ਜਣੇ। ਸੋ ਜਿਹੜੀ ਆ u ਹੈ, ਜੇ ਇਸ u ਦੀ ਡਾਇਰੈਕਸ਼ਨ ਮੋਸ਼ਨ ਦੀ ਡਾਇਰੈਕਸ਼ਨ ਤੋਂ ਉਲਟ ਹੋ ਗਈ ਤਾਂ ਤੁਸੀਂ ਉਸ ਨੂੰ ਕੀ ਲਓਗੇ, ਨੈਗੇਟਿਵ। ਸਿਰਫ ਇਸ ਗੱਲ ਦਾ ਧਿਆਨ ਦਿਓ। ਐਂਡ ਅਗਰ ਤੁਹਾਡੀ ਐਕਸਲਰੇਸ਼ਨ ਉਲਟੀ ਦਿਸ਼ਾ ਵਿੱਚ ਲੱਗਣ ਲੱਗ ਗਈ, ਮੰਨ ਲਓ ਇਸ ਡਾਇਰੈਕਸ਼ਨ, ਤਾਂ ਤੁਸੀਂ ਕੀ ਕਰੋਗੇ ਐਕਸਲਰੇਸ਼ਨ ਨੂੰ, नेगेटिव ਇਟ ਡਿਪੈਂਡਸ ਕਿ ਤੁਸੀਂ ਮੋਸ਼ਨ ਦੇ ਅਲੋਂਗ ਜਾਂ ਮੋਸ਼ਨ ਦੇ ਆਪੋਜ਼ਿਟ ਉਹ ਚੀਜ਼ਾਂ ਅਪਲਾਈ ਕਰ ਰਹੇ ਹੋ, ਦੇਖ ਰਹੇ ਹੋ, ਇੱਥੋਂ ਪਤਾ ਲੱਗਦਾ ਹੈ ਸਾਨੂੰ। ਤੇ ਜਦੋਂ ਤੁਸੀਂ ਟਾਵਰ ਦੀ ਗੱਲ ਕਰ ਰਹੇ ਸੀ ਨਾ, ਇਹਨਾਂ ਗੱਲਾਂ ਦਾ ਦੇਖੋ ਖਿਆਲ ਰੱਖਣਾ ਕਿ ਅਗਰ ਕਿਉਂਕਿ ਵੈਕਟਰ ਕੁਆਂਟੀਟੀਜ਼ ਨੇ, ਤੁਹਾਨੂੰ ਮੈਂ ਇਸ ਲਈ ਡਿਸਪਲੇਸਮੈਂਟ ਵਾਲੀ ਗੱਲ ਸਮਝਾਇਆ। ਆਹ ਮੰਨ ਲਓ ਟਾਵਰ ਹੈ, ਤੇ ਟਾਵਰ ਵਿੱਚ ਇਨੀਸ਼ੀਅਲੀ ਆਬਜੈਕਟ ਇੱਥੋਂ ਰਿਲੀਜ਼ ਕੀਤਾ ਨਾ, ਫਾਈਨਲੀ ਨੀਚੇ ਪਹੁੰਚਿਆ ਨਾ, ਯੈਸ ਤਾਂ ਤੁਹਾਡਾ ਜਿਹੜਾ ਮੋਸ਼ਨ ਹੈ ਉਹ ਡਾਊਨਵਰਡ ਹੋਇਆ ਕਿ ਨਹੀਂ ਹੋਇਆ ਦੱਸੋ, ਯੈਸ ਤੇ ਤੁਹਾਡੀ ਐਕਸਲਰੇਸ਼ਨ ਜਿਹੜੀ ਹੈ ਕਿੱਧਰ ਨੂੰ ਐਕਟ ਕਰ ਰਹੀ ਸੀ ਦੱਸੋ, ਡਾਊਨਵਰਡ, ਤਾਂ g ਪੋਜ਼ਿਟਿਵ 10 ਲਈ ਕਿ ਨਹੀਂ ਲਈ ਸੀ, ਤੇ ਤੁਹਾਡੀ ਫਾਈਨਲ ਵੈਲੋਸਿਟੀ ਕਿਸ ਡਾਇਰੈਕਸ਼ਨ ਸੀ, ਜਦੋਂ ਟਕਰਾਏਗਾ ਨੀਚੇ ਇਸੇ ਹੋਏਗਾ ਨਾ, ਉਹਨੂੰ ਪੋਜ਼ਿਟਿਵ ਲਿਆ ਕਿ ਨਹੀਂ ਲਿਆ ਦੱਸੋ, ਯੈਸ ਸਰ, ਸਭ ਨੂੰ ਸਮਝ ਲੱਗ ਰਹੀ ਗੱਲ, ਸਰ, ਹਾਂਜੀ ਸਰ ਪਰ ਜਦੋਂ ਅਸੀਂ ਨੂੰ ਉੱਪਰ ਨੂੰ ਥਰੋ ਕੀਤਾ ਤਾਂ ਉਹਦੇ ਉੱਤੇ ਜਾ ਕੇ ਸਰ ਵੈਲੋਸਿਟੀ 0 ਹੋ ਜਾਊਗੀ, ਫਿਰ ਉਹ ਨੀਚੇ ਨੂੰ ਹੋਗਾ, ਫਿਰ ਉੱਤੇ ਐਕਸਲਰੇਸ਼ਨ ਕਰੂਗੀ ਸਰ, ਦੇਖੋ ਪਹਿਲਾਂ ਵੇਰੀ ਨਹੀਂ ਕਰਨੀ ਚਾਹੀਦੀ ਵੈਲਿਊ, ਦੇਖੋ ਮੈਂ ਕਹਿੰਦਾ ਆ ਮੰਨ ਲਓ ਉੱਪਰ ਨੂੰ ਤੁਸੀਂ ਥਰੋ ਕੀਤਾ, ਪਹਿਲੇ ਕਹਿੰਦਾ ਇਨੀਸ਼ੀਅਲ ਵੈਲੋਸਿਟੀ ਇਹਨਾਂ ਸਾਰਿਆਂ ਦੇ ਆਪੋਜ਼ਿਟ ਹੋਗੀ, ਆ ਗੱਲ ਸਮਝ ਲੱਗੀ ਕਿ ਨਹੀਂ ਤੁਸੀਂ, ਯੈਸ ਸਰ, ਜੇ ਤੁਸੀਂ ਇਸ ਕੁਐਸਚਨ ਨੂੰ ਚੀਰ ਫਾੜ ਕਰੋਗੇ ਨਾ, ਤਾਂ ਤੁਸੀਂ ਹੋਰ ਵੀ ਚੀਜ਼ਾਂ ਨਵੀਆਂ ਸਮਝ ਪਾਓਗੇ। ਕਿ ਤੁਸੀਂ ਮੰਨ ਲਓ ਪਹਿਲਾਂ ਇਹਨੂੰ u ਵੈਲੋਸਿਟੀ ਨਾਲ ਉੱਪਰ ਸਿੱਟਿਓ, ਤੇ ਤੁਸੀਂ ਸਿਰਫ ਉਹ ਜਗ੍ਹਾ ਦੇਖਿਓ ਜਿੱਥੇ ਜਾ ਕੇ ਇਹ ਵੈਲੋਸਿਟੀ 0 ਹੋਈ, ਕਿਉਂਕਿ 0 ਤਾਂ ਹੋਈ ਹੋਏਗੀ ਨਾ ਪੱਕਾ ਕਿ ਨਹੀਂ, ਯੈਸ ਸਰ, ਯੈਸ ਤੁਸੀਂ ਦੇਖੋ ਵੀ ਇਹ ਕਿਸੇ ਜਗ੍ਹਾ ਜਾ ਕੇ ਇੱਥੇ ਫਾਈਨਲ ਵੈਲੋਸਿਟੀ ਇਹਦੀ 0 ਹੋਏਗੀ, ਪਹਿਲਾਂ ਤਾਂ ਇਸ ਚੀਜ਼ ਨੂੰ ਸਟੱਡੀ ਕਰੋਗੇ, ਅਗਰ ਇੱਥੋਂ ਲੈ ਕੇ ਸਿਰਫ ਇੱਥੇ ਤੱਕ, ਹਨਾ, ਦੈਨ ਤੁਸੀਂ, ਕਿਉਂਕਿ ਹੁਣ ਸਟੱਡੀ ਮੋਸ਼ਨ ਤੁਹਾਡਾ ਕਿਸ ਡਾਇਰੈਕਸ਼ਨ ਚ ਹੋ ਰਿਹਾ ਦੱਸੋ, ਫਿਰ ਇਸ ਦੇ ਲਈ ਦੱਸੋ, ਅਪਵਰਡ, ਹੁਣ ਇਸ ਕੇਸ ਦੇ ਵਿੱਚ ਹੁਣ ਦੇਖੋ ਬੜੀ ਇੰਟਰਸਟਿੰਗ ਚੀਜ਼ ਹੈ, u ਹੁਣ ਤੁਹਾਡੀ ਕੀ ਲਈ ਜਾਏਗੀ, ਪੋਜ਼ਿਟਿਵ ਕਿ ਨੈਗੇਟਿਵ,
ਪੋਜ਼ਿਟਿਵ ਪੋਜ਼ਿਟਿਵ ਲਈ Positive. ਜਾਏਗੀ, ਹੈਨਾ? ਤੇ Yes, ਜੀ ਹੁਣ ਤੁਹਾਡੀ ਕੀ ਲਈ ਜਾਏਗੀ? ਨੈਗੇਟਿਵ negative. ਮਾਈਨਸ ਲਈ ਜਾਏਗੀ। ਹੁਣ ਇਸ ਮੋਸ਼ਨ ਨੂੰ ਤੁਸੀਂ ਅਲੱਗ ਤੋਂ ਸਟੱਡੀ ਕਰ ਲਿਆ ਮੰਨ ਲਓ। ਇਸ ਤੋਂ ਬਾਅਦ ਇੱਥੋਂ ਦੀ ਫਿਰ ਤੁਸੀਂ ਸਿੱਟਿਆ ਉਸ ਆਬਜੈਕਟ ਨੂੰ ਵਾਪਸ ਸਮਝ ਲਓ। ਫਿਰ ਹੁਣ ਇਹ ਤਾਂ ਰਿਲੀਜ਼ ਵਰਗਾ ਕੰਮ ਹੋ ਗਿਆ ਕਿ ਨਹੀਂ? Yes, sir. ਯੈਸ ਸਰ ਫਿਰ ਤੁਸੀਂ ਇੱਥੇ ਗਰਾਊਂਡ ਤੇ ਪਹੁੰਚਣਾ ਹੈ ਤੇ ਹਾਈਟ ਹੀ ਪਤਾ ਕਰਨੀ ਸੀ ਤੁਸੀਂ, ਤਾਂ ਹਾਈਟ ਨੂੰ ਮੰਨ ਲਓ ਤੁਸੀਂ h ਮੰਨ ਲਿਆ ਸੀ, ਤਾਂ ਹੁਣ ਇੱਥੇ ਤਾਂ ਲੱਗ h ਹੈ ਤੇ ਉੱਪਰਲਾ ਆਹ ਡਿਸਟੈਂਸ ਵੀ ਤੁਹਾਨੂੰ ਪਤਾ ਕਰਨਾ ਪਏਗਾ ਇਸੇ ਜਗ੍ਹਾ ਤੋਂ ਕਿ ਕਿੰਨੀ ਉੱਪਰ ਗਈ। Yes, sir. ਫਿਰ ਤੁਸੀਂ ਇੱਥੋਂ ਰਿਲੀਜ਼ ਕਰੋਗੇ। ਹੁਣ ਇਨੀਸ਼ੀਅਲ ਵੈਲੋਸਿਟੀ ਕਿੰਨੀ ਲਓਗੇ? ਪਹਿਲੇ ਗੱਲ ਤਾਂ ਮੋਸ਼ਨ ਕਿੱਧਰ ਨੂੰ ਹੋਏਗਾ ਦੱਸੋ ਹੁਣ? Downward. Yes. ਹੁਣ ਇਹ ਅਲੱਗ ਚੀਜ਼ ਹੈ, ਅਲੱਗ ਜਗ੍ਹਾ ਯੂਜ਼ ਕਰਨਾ ਪਏਗਾ ਇਹਨੂੰ, ਦੋ ਇਕੁਏਸ਼ਨ ਯੂਜ਼ ਕਰਨੀ ਪੈਣਗੀਆਂ ਇਸ ਜਗ੍ਹਾ ਤੇ। ਹੁਣ ਦੱਸੋ ਜੀ ਕੀ ਲਓਗੇ? Positive. ਇੱਥੇ ਇਨੀਸ਼ੀਅਲ ਵੈਲੋਸਿਟੀ ਲਓਗੇ 0, ਹੁਣ ਫਾਈਨਲ ਵੈਲੋਸਿਟੀ ਲਓਗੇ 3u। सब कुछ ठीक हो गया है जी, कोई प्रॉब्लम नहीं है। हाइट h जो आएगी सानू h नहीं लवांगे, h च ਇਹਨੂੰ ਮੰਨਿਆ ਸੀ ਤਾਂ h plus ਉਹ ਵਾਲਾ h ਡੈਸ਼ ਹੋਏਗਾ ਆਪਣਾ, ਜੋ ਬੇਸਿਕਲੀ ਆ ਵਾਲਾ h ਡੈਸ਼ ਇਥੋਂ ਆਇਆ ਹੋਏਗਾ। ਤੇ ਇਦੋਂ ਕਰਕੇ ਤੁਸੀਂ ਫਿਰ ਇਹਨੂੰ ਸੋਲਵ ਕਰੋਗੇ ਤੇ ਤੁਸੀਂ ਦੇਖੋਗੇ ਤੁਹਾਡੀ h ਦੀ ਵੈਲਿਊ ਬਿਲਕੁਲ ਉਹੀ ਆਏਗੀ ਜੋ ਹੁਣੀ ਆ ਰਹੀ ਸੀ। ਤੁਸੀਂ ਕਰਕੇ ਦੇਖ ਲਿਓ ਚਾਹੇ। ਸਰ h ਡੈਸ਼ ਸਰ ਬਟ ਜਿੱਦਾਂ ਹੁਣ ਅਸੀਂ ਇਦਾਂ ਕੀਤਾ ਸਰ, ਤੇ ਫਿਰ ਅਸੀਂ ਉਹਨੂੰ ਉਦਾਂ ਕਿੱਦਾਂ ਕਰ ਸਕਦੇ ਹਾਂ ਸੋਲਵ? ਇਹੀ ਤਾਂ ਗੱਲ ਹੈ ਨਾ, ਦੇਖੋ ਜਦੋਂ ਆਪਾਂ ਵੈਕਟਰਸ ਨੂੰ ਯੂਜ਼ ਕਰਦੇ ਹਾਂ ਨਾ, ਇਹਨੇ ਤੁਹਾਡਾ ਜਦੋਂ ਮੈਂ ਇਦਾਂ ਕਰ ਰਿਹਾ ਸੀ ਪਤਾ ਕੀ ਕੀਤਾ, ਜਦੋਂ u ਦੀ ਵੈਲਿਊ ਨੂੰ ਮਾਈਨਸ ਵਿੱਚ ਲੈ ਲਿਆ, ਮੋਸ਼ਨ ਨੀਚੇ ਨੂੰ ਸੀਗਾ ਨਾ, ਇਹਨੂੰ ਮਾਈਨਸ ਲੈ ਲਿਆ, ਉਹਦੇ ਨਾਲ ਪਤਾ ਕੀ ਮੇਰਾ ਕਾਫੀ ਸਾਰੀ ਮਿਹਨਤ ਬਚ ਗਈ। ਆ ਜਿਹੜਾ ਇੱਥੋਂ ਉੱਪਰ ਜਾਣ ਵਾਲੀ ਮਿਹਨਤ ਵੀ ਬਚ ਗਈ, ਉੱਪਰੋਂ ਨੀਚੇ ਆਉਣ ਵਾਲੀ ਮਿਹਨਤ ਵੀ ਬਚ ਗਈ। ਆ ਸਾਰਾ ਕੰਮ ਮੈਥਮੈਟਿਕਸ ਨੇ ਸਾਡੀ ਇਕੁਏਸ਼ਨ ਆਫ ਮੋਸ਼ਨ ਚ ਆਪਣੇ ਆਪ ਕਰ ਦੇਣਾ ਹੁੰਦਾ ਹੈ। ਜਿਵੇਂ ਕਿ ਤੁਹਾਨੂੰ ਮੈਂ ਸਮਝਾ ਰਿਹਾ ਸੀ ਜਦੋਂ ਮੈਂ ਕੱਲ, ਕਿ ਉਹ ਬੰਦਾ ਇਧਰੋਂ ਪਹਿਲਾਂ ਇੱਧਰ ਗਿਆ, ਠੀਕ ਹੈ, ਫਿਰ ਇਧਰੋਂ ਇੱਧਰ ਗਿਆ, ਫਿਰ ਕੁਝ ਭੁੱਲ ਗਿਆ ਸੀ, ਵਾਪਸ ਆਇਆ ਤੇ ਵਾਪਸ ਆ ਕੇ ਫਿਰ ਇੱਧਰ ਗਿਆ, ਕੀਤਾ ਸੀ ਨਾ? ਯੈਸ ਸਰ। ਤੇ ਆਪਾਂ ਤੁਹਾਨੂੰ ਕਿਹਾ ਸੀ ਡਿਸਪਲੇਸਮੈਂਟ ਤੁਸੀਂ ਬਸ ਇਨੀਸ਼ੀਅਲ ਟੂ ਫਾਈਨਲ ਲੈਣੀ ਹੈ, ਤੁਸੀਂ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਉਹ ਰਸਤੇ 'ਚ ਕਿੰਨੀ ਵਾਰੀ ਪਿੱਛੇ ਮੁੜਿਆ ਸੀ, ਕਿਉਂਕਿ ਜਿੰਨੀ ਵਾਰ ਵੀ ਉਹ ਪਿੱਛੇ ਮੁੜਿਆ ਹੋਊਗਾ ਤੇ ਉਨੀ ਵਾਰ ਫਿਰ ਉਹਨਾਂ ਅੱਗੇ ਵੀ ਗਿਆ ਹੋਊਗਾ, ਤਾਂ ਇਹਨੇ ਇਸ ਚੀਜ਼ ਨੇ ਇੱਕ ਦੂਜੇ ਨੂੰ ਕੀ ਕਰ ਦੇਣਾ? ਕੈਂਸਲ। ਆਹੀ ਚੀਜ਼ ਕਰਦਾ ਹੈ ਵੈਕਟਰ, ਕਿ ਉਹ ਆਟੋਮੈਟਿਕਲੀ ਸਿਰਫ ਅੱਗੇ ਨੂੰ ਵਧਣ ਵਾਲੀ ਚੀਜ਼ ਹੀ ਲੈ ਲੈਂਦਾ ਹੈ, ਇਹਨਾਂ ਚੀਜ਼ਾਂ ਨੂੰ ਆਟੋਮੈਟਿਕਲੀ ਕੈਂਸਲ ਕਰਦਾ ਹੈ ਡਿਸਪਲੇਸਮੈਂਟ ਦੇ ਵਿੱਚ। ਤੇ ਜਿਹੜੀਆਂ ਤੁਸੀਂ ਇਕੁਏਸ਼ਨਸ ਯੂਜ਼ ਕਰਦੇ ਹੋ ਉੱਥੇ ਡਿਸਪਲੇਸਮੈਂਟ ਯੂਜ਼ ਕਰਦੇ ਹੋ ਨਾ, ਐਸੀ। ਯੈਸ ਸਰ। ਇਸੀ ਲਈ ਇੱਥੇ ਜੇ ਆਪਾਂ ਡਾਇਰੈਕਟਲੀ ਮਾਈਨਸ ਯੂ ਲੈ ਲਿਆ ਤਾਂ ਡਾਇਰੈਕਟਲੀ ਇੱਕ ਹੀ ਸਟੈਪ 'ਚ ਕੰਮ ਹੋ ਗਿਆ। ਔਰ ਤੁਸੀਂ ਸੋਚਿਆ ਬੜਾ ਵਧੀਆ, ਇਹਦੇ ਨਾਲ ਸਾਨੂੰ ਦੋ ਗੱਲਾਂ ਹੋਰ ਕਲੀਅਰ ਹੋ ਗਈਆਂ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਇਸ ਤਰ੍ਹਾਂ ਵੀ ਕੰਮ ਕਰ ਸਕਦੇ ਹਾਂ, ਤੇ ਉਹ ਅਲੱਗ-ਅਲੱਗ ਚੀਜ਼ਾਂ ਸਾਨੂੰ ਕੱਲੀ ਚੀਜ਼ ਦਿਖ ਜਾਂਦੀ ਹੈ। ਤੇ ਜੇ ਉਹ ਤੁਹਾਨੂੰ ਆਪ ਪੁੱਛ ਲੈਂਦੇ, ਸੋਚੋ ਬੱਚੇ, ਬਸ 1-2 ਮਿੰਟ ਲਊਂਗਾ ਤੁਹਾਡੇ, ਮੈਂ 11 ਵਜ ਗਏ ਮੈਨੂੰ ਪਤਾ, 2 ਮਿੰਟ ਬਸ। ਤੁਹਾਡੀ ਅਗਲੀ ਕਲਾਸ ਕਿੰਨੇ ਵਜੇ ਹੈ? ਸਰ ਨਾਨ ਮੈਡੀਕਲ ਦੀ ਨਹੀਂ ਹੈਗੀ। अच्छा ठीक है, बस 2 मिनट लूंगा बस। देखो मान लो आया ਤੇ ਤੁਸੀਂ ਮੰਨ ਲਓ ਇੱਥੋਂ ਕਿਸੇ ਪੱਥਰ ਨੂੰ ਉੱਪਰ ਨੂੰ ਉਛਾ ਲਿਆ, ਸੋਚੋ ਧਿਆਨ ਨਾਲ, ਇੱਥੋਂ ਪੱਥਰ ਨੂੰ ਉੱਪਰ ਨੂੰ ਉਛਾ ਲਿਆ ਵਿਦ ਯੂ ਵੈਲੋਸਿਟੀ, ਤੇ ਉਹ ਪੱਥਰ ਇੱਥੇ ਤੱਕ ਗਿਆ, ਇੱਥੋਂ ਵਾਪਸ। ਉਹ ਕਈ ਵਾਰ ਇਹ ਪੁੱਛ ਲੈਂਦੇ ਨੇ ਕਿ ਜਦੋਂ ਪੱਥਰ ਤੁਹਾਡੇ ਸਾਹਮਣੇ ਦੀ ਅੱਖਾਂ ਦੇ ਸਾਹਮਣੇ ਦੀ ਦੁਬਾਰਾ ਨਿਕਲੇਗਾ ਤਾਂ ਕਿੰਨਾ ਟਾਈਮ ਬੀਤਿਆ ਹੋਏਗਾ, ਤਾਂ ਤੁਸੀਂ ਕੀ ਕਰਦੇ ਹੋ ਫਿਰ? ਆਹ ਟਾਈਮ ਜਾਣ ਵਾਲਾ ਪਤਾ ਕਰ ਲੈਂਦੇ ਹੋ। ਯੈਸ ਸਰ। ਤੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ 'ਚ ਉਹਦੇ ਉੱਪਰ ਜਾਣ ਵਾਲਾ ਤੇ ਨੀਚੇ ਜਾਣ ਵਾਲਾ ਟਾਈਮ ਬਿਲਕੁਲ ਬਰਾਬਰ ਆਣਗੇ, ਇਹਨੂੰ ਤੁਸੀਂ ਕੈਲਕੂਲੇਟ ਕਰਕੇ ਵੀ ਦੇਖ ਸਕਦੇ ਹੋ। ਤੇ ਆਪਾਂ ਆਹ ਟਾਈਮ ਪਤਾ ਕਰ ਲੈਂਦੇ 2t ਨਾਲ ਕਰਕੇ ਦੱਸ ਦਿੰਦੇ ਕਿ ਇਹ ਇੰਨੇ ਟਾਈਮ ਬਾਅਦ ਵਾਪਸ ਇੱਥੇ ਆਏਗਾ। ਉਸ ਜਗ੍ਹਾ ਤੇ ਤੁਸੀਂ ਆਹ ਵਾਲੇ ਚੀਜ਼ਾਂ ਨੂੰ ਲੈ ਕੇ ਥੋੜੀ ਯੂਜ਼ ਕਰੋਗੇ ਜਿਵੇਂ ਹੁਣੀ ਕਰ ਰਹੇ ਸੀ, ਫਿਰ ਤਾਂ ਤੁਹਾਨੂੰ ਆਹੇ ਮੋਸ਼ਨ ਕੰਸੀਡਰ ਕਰਨਾ ਪਏਗਾ ਨਾ ਉੱਪਰ ਜਾਣ ਵਾਲਾ। ਸਰ ਬਟ ਟਾਈਮ ਕਿੱਦਾਂ ਸੇਮ ਹੋ ਸਕਦਾ? ਯੈਸ ਸਰ, ਟਾਈਮ ਕਿਵੇਂ ਸੇਮ ਹੋਵੇਗਾ? ਫਿਰ ਉੱਥੇ ਸਰ ਆਪਾਂ ਕੋਈ ਵੈਲੋਸਿਟੀ ਨਾਲ ਉਹਨੂੰ ਥਰੋ ਕੀਤਾ, ਉੱਪਰੋਂ ਦੀ ਉਹ ਜ਼ੀਰੋ ਵੈਲੋਸਿਟੀ ਨਾਲ ਆਊਗਾ ਥੱਲੇ, ਕਿਉਂਕਿ ਆਪਣੀ ਇੱਕ ਪਾਸੇ ਐਕਸਲਰੇਸ਼ਨ ਜਾਂਦੇ ਹੋਏ 19 ਸੀ, ਆਂਦੇ ਹੋਏ ਉਹਦੇ ਆਪੋਜ਼ਿਟ ਸੀ, ਪਰ ਮੈਗਨੀਟਿਊਡ 'ਚ 19 ਸੀ ਨਾ। ਯੈਸ ਸਰ। ਸਮਝਾਵਾਂ ਕਿਵੇਂ ਟਾਈਮ ਸੇਮ ਹੁੰਦਾ? ਦੇਖ ਹੁਣ ਧਿਆਨ ਨਾਲ, ਅੱਛਾ ਸੋਚ ਕੇ ਦੇਖੀ। ਮੰਨ ਲਾ ਇੱਥੋਂ ਇੱਕ ਆਪਾਂ ਚੀਜ਼ ਨੂੰ ਰਿਲੀਜ਼ ਕੀਤਾ u = 0 ਤੇ, ਠੀਕ ਹੈ। ਯੈਸ ਸਰ। ਐਕਸਲਰੇਸ਼ਨ ਦੀ ਵੈਲਿਊ ਆਪਾਂ ਲੈ ਲੈਂਦੇ ਹਾਂ, ਉਹ ਐਗਜ਼ਾਮਪਲ 4 ਮੀਟਰ ਪਰ ਸੈਕਿੰਡ ਸਕੁਅਰ ਲੈ ਲਈਏ, ਠੀਕ ਆ। ਤੇ ਇਸ ਦਿਸ਼ਾ 'ਚ ਲੈ ਲੈਂਦੇ ਆਪਾਂ, ਐਕਸਲਰੇਸ਼ਨ ਹਮੇਸ਼ਾ ਇਸ ਦਿਸ਼ਾ 'ਚ ਰਹੇਗੀ, ਜਿਵੇਂ ਗ੍ਰੈਵਿਟੀ ਹਮੇਸ਼ਾ ਨੀਚੇ ਨੂੰ ਹੁੰਦੀ ਹੈ ਨਾ। ਯੈਸ ਸਰ। ਹੁਣ ਤੂੰ ਮੈਨੂੰ ਇਹ ਦੱਸ ਵੀ 1 ਸੈਕਿੰਡ ਬਾਅਦ ਇਸ ਆਬਜੈਕਟ ਦੀ ਵੈਲੋਸਿਟੀ u ਤੋਂ ਵੱਧ ਕੇ ਕਿੰਨੀ ਹੋ ਚੁੱਕੀ ਹੋਏਗੀ? ਦੇਖੋ ਸੋ 4 ਮੀਟਰ ਪਰ ਸੈਕਿੰਡ। ਹਾਂ 4 ਮੀਟਰ ਪਰ ਸੈਕਿੰਡ, 4 ਮੀਟਰ ਪਰ ਸੈਕਿੰਡ ਹੋ ਜਾਏਗੀ ਨਾ। ਯੈਸ ਸਰ। 2 ਸੈਕਿੰਡ ਬਾਅਦ ਇਹਦੀ ਵੈਲੋਸਿਟੀ ਕਿੰਨੀ ਹੋ ਚੁੱਕੀ ਹੋਏਗੀ? 8 ਮੀਟਰ ਪਰ ਸੈਕਿੰਡ। ਸਮਝ ਰਹੇ ਹੋ ਗੱਲ?
ਜੇ ਇਸ ਤਰ੍ਹਾਂ Yes, ਮੰਨ ਲਓ 8 ਹੈ, ਮੰਨ ਲਓ ਤੁਸੀਂ ਸ਼ੁਰੂ 16 ਤੋਂ ਕਰਦੇ ਮੰਨ ਲਓ ਇਸੇ ਮੋਸ਼ਨ ਚ, ਤੇ ਹੁਣ ਐਕਸਲਰੇਸ਼ਨ ਜੇ ਮੰਨ ਲਓ ਮੈਂ ਉਲਟੀ ਲੈ ਲਵਾਂ ਇਧਰ ਨੂੰ 4 ਮੀਟਰ ਪਰ ਸੈਕਿੰਡ ਸਕੇ, ਤਾਂ ਇਹਦੀ 16 ਦੀ ਬਾਅਦ ਵੈਲੋਸਿਟੀ ਪਤਾ ਕਿੰਨੀ ਹੋ ਜਾਏਗੀ? ਯੈਸ ਸਰ 12 ਹੋ ਜਾਏਗੀ, ਘਟ ਰਹੀ ਹੈ ਹੁਣ, ਨੈਗੇਟਿਵ ਹੈ ਨਾ। yes sir, ਕਿਵੇਂ ਕਰੋਗੇ? ਫਾਈਨਲ ਵੈਲੋਸਿਟੀ is equal to initial velocity plus acceleration is negative into time taken 1 second, ਤਾਂ 12 ਆ ਗਿਆ ਨਾ। yes sir, ਅਸੀਂ ਤਾਂ ਨੈਗੇਟਿਵ ਲੈਣੇ ਆ। ਹੁਣ ਮੈਨੂੰ ਗੱਲ ਨੂੰ ਧਿਆਨ ਨਾਲ ਸਮਝੋ ਕਿ ਜੇ ਮੈਂ ਨੀਚੋਂ ਜ਼ਮੀਨ ਤੋਂ ਕਿਸੇ ਚੀਜ਼ ਨੂੰ ਉੱਪਰ ਸਿੱਟਦਾ, ਇਹ ਬੜਾ ਇੰਪੋਰਟੈਂਟ ਕਨਸੈਪਟ ਹੈ, ਚੰਗਾ ਤੁਸੀਂ ਪੁੱਛ ਲਿਆ, ਹੁਣ ਇੱਕ ਕਲੀਅਰ ਹੋ ਜਾਣਾ ਹੈ। ਮੰਨ ਲਓ ਕਿ ਜੀ ਦੀ ਵੈਲਿਊ ਕਿੰਨੀ 10 ਹੈ, ਆਪਾਂ 10 ਲੈ ਕੇ ਚੱਲਦੇ, ਜਸਟ ਮੈਂ ਤੁਹਾਨੂੰ ਸਮਝਾਉਣ ਲਈ ਕਹਿ ਰਿਹਾ ਕਿ ਮੰਨ ਲਓ ਨੀਚੋਂ ਮੈਂ ਬੋਡੀ ਨੂੰ ਪੁਸ਼ ਕੀਤਾ ਉੱਪਰ ਨੂੰ, ਤੇ ਕੀਤਾ ਮੈਂ 40 ਮੀਟਰ ਪਰ ਸੈਕਿੰਡ ਦੇ ਨਾਲ, 1 ਸੈਕਿੰਡ ਬਾਅਦ ਉਹਦੀ ਵੈਲੋਸਿਟੀ ਕਿੰਨੀ ਹੋ ਜਾਏਗੀ ਮੈਂ ਦੱਸਾਂਗਾ। 50 meter per second, ਨਹੀਂ ਜੀ, ਨੀਚੇ ਨੂੰ ਹੁੰਦਾ ਹੈ 30 sir, 30 ਨਾ, ਸਮਝ ਲੱਗੀ ਗੱਲ? yes sir, फिर 1 सेकंड और बीत गया, 2 सेकंड बाद कितनी हो जाएगी? 20 meter per second, फिर 10 10 सर फिर 0, at rate ओ रुक गया, बस रुक गया, वो रुक गया ऊपर जाके, यानी कितने सेकंड बाद जाके रुक गया? 5 4, 4 सेकंड बाद रुक गया तो हुन रिलीज हो रहा है इथों, जी हरे भी कितनी है 10, 10 ਤਾਂ ਉਹ ਹੁਣ 1 ਸੈਕਿੰਡ ਬਾਅਦ ਵੈਲੋਸਿਟੀ ਜੋ ਗੇਨ ਕਰਦਾ ਆਏਗਾ ਨੀਚੇ ਨੂੰ, ਤਾਂ ਉਹ 1 ਸੈਕਿੰਡ ਬਾਅਦ ਵੈਲੋਸਿਟੀ ਕਿੰਨੀ ਗੇਨ ਕਰੇਗਾ? 10, है ना? yes फिर sir, 1 सेकंड बाद 20, फिर 1 सेकंड बाद 30, ਤੇ ਇਹਨੂੰ ਟਕਰਾਏਗਾ ਪਤਾ ਕਿੰਨੀ ਵੈਲੋਸਿਟੀ ਨਾਲ? 40 ਨਾਲ ਹੀ। ਫਿਰ ਇਹ ਬੜਾ ਵਧੀਆ ਇੱਕ ਵੰਡਿਆ ਆਇਆ, ਸਮਝੋ ਇੱਕ ਤਾਂ ਇਹਦੇ ਨਾਲ ਦੋ ਗੱਲਾਂ ਪਤਾ ਲੱਗ ਗਈਆਂ, ਇੱਕ ਤਾਂ ਜਿੰਨਾ ਟਾਈਮ ਉਹਨੂੰ ਜਾਣ ਨੂੰ ਲੱਗਣਾ ਉਨਾ ਟਾਈਮ ਉਹਨੂੰ ਆਉਣ ਨੂੰ ਲੱਗਣਾ, ਜਿੰਨੀ ਵੈਲੋਸਿਟੀ ਨਾਲ ਉਹਨੂੰ ਤੁਸੀਂ ਉੱਪਰ ਸਿੱਟੋਗੇ ਉਨੀ ਵੈਲੋਸਿਟੀ ਨਾਲ ਤੁਹਾਡੇ ਕੋਲ ਵਾਪਸ ਆਣੀ ਹੈ ਆਬਜੈਕਟ। ਹੁਣ ਤੁਸੀਂ ਬਾਲ ਖੇਡਦੇ ਹੋ, ਬਾਲ ਉੱਪਰ ਸਿੱਟ ਕੇ ਕੈਚ ਕਰਦੇ ਹੋ ਨਾ ਅਕਸਰ ਬੱਚੇ, ਜਿਵੇਂ ਕਈ ਵਾਰ ਕੋਈ ਨਹੀਂ ਹੁੰਦਾ ਮੇਰੇ ਅੱਗੇ ਕੋਈ ਖੇਡਣ ਵਾਲਾ, ਆਪਾਂ ਬਾਲ ਉੱਪਰ ਸਿੱਟ ਕੇ ਕੈਚ ਕਰਨ ਲੱਗੇ ਨੇ, ਤਾਂ ਬਾਲ ਨੂੰ ਜਿੰਨੀ ਵੈਲੋਸਿਟੀ ਨਾਲ ਤੁਸੀਂ ਉੱਪਰ ਸਿੱਟਦੇ ਹੋ ਨਾ, ਬਾਲ ਉੱਪਰ ਜਾਣ 'ਚ ਜਿੰਨਾ ਸਮਾਂ ਲਗਾਉਂਦੀ ਹੈ ਉਸ ਪੁਆਇੰਟ ਤੋਂ ਤੁਹਾਡੇ ਕੈਚ ਵਾਲੀ ਪੋਜੀਸ਼ਨ ਤੇ ਵਾਪਸ ਆਉਣ 'ਚ ਬਿਲਕੁਲ ਉਨੇ ਟਾਈਮ ਲਗਾਉਂਦੀ ਹੈ, ਤੇ ਜਿੰਨੀ ਵੈਲੋਸਿਟੀ ਨਾਲ ਤੁਸੀਂ ਉਹਨੂੰ ਉੱਪਰ ਨੂੰ ਸੁੱਟਿਆ ਹੁੰਦਾ ਹੈ ਤੁਹਾਡੇ ਹੱਥ ਤੇ ਆ ਕੇ ਉਨੀ ਵੈਲੋਸਿਟੀ ਨਾਲ ਹੀ ਵੱਜਦੀ ਹੈ। ਇਹ ਇੱਕ ਇਹਨੂੰ ਤੁਸੀਂ ਆਪ ਸੋਚ ਕੇ ਕੋਈ ਵੀ ਹਾਈਟ h ਲੈ ਕੇ u ਲੈ ਕੇ प्रूव करके देखियो, नहीं तो फिर मैं कराऊंगा तुम्हें। हाँ जी बोलो सर। इसी एग्जांपल में अगर हम 42 या 45 कुछ ले लेते तो हाँ, तो कैसे टाइम आती? आपका 4 सेकंड की बजाय 4 पॉइंट कुछ आ जाता, तो वहां पे वापसी पे भी वही सारी बात वैसे ही हो जाती, उसका कोई फर्क नहीं। ये एग्जांपल मैंने आपको आसान लगने के लिए लिया बस, ताकि वो 10 लेके मैं 10 घटाता जाऊंगा फिर बढ़ाता हूँ, ठीक है? यस सर। ਸੋ ਤੁਸੀਂ ਇਹਨੂੰ ਕਰਿਓ, ਹੁਣ ਕੋਈ ਨਹੀਂ ਆਪਾਂ ਬਾਕੀ ਇਸ ਤੋਂ ਅੱਗੇ ਕੰਟੀਨਿਊ ਕਰਦੇ ਹਾਂ। ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕਿ ਕੱਲ ਦਾ ਦਿਨ ਪਲੀਜ਼ ਮੈਨੂੰ ਤੁਸੀਂ ਦਿਓ, ਤੇ ਕੱਲ ਤੁਸੀਂ ਦਿਨ ਦੇ ਰਹੇ ਹੋ ਨਾ ਮੈਨੂੰ? yes sir, यस सर। yes sir, ਕਿੰਨੇ ਵਜੇ? फिर 10 बजे रख लो, sir 9 बजे रख लो। no ठीक है 10 ਵਜੇ ਰੱਖ ਲਓ ਜੀ। सर 9 बजे उठा नहीं जाता सर, ਵੈਸੇ ਨਾ ਇੱਕ ਗੱਲ ਦੱਸਾਂ, ਮੈਂ ਜਿਹੜੀ ਮੇਰੀ ਰਾਏ ਪਰਸਨਲ ਰਾਏ ਵੈਸੇ ਦੇ ਰਿਹਾ ਕਿ ਸੰਡੇ ਨੂੰ ਹੀ ਹੁੰਦਾ ਕਿ ਮੈਂ ਥੋੜਾ ਆਰਾਮ ਨਾਲ ਉੱਠਣਾ ਚਾਹੁੰਦਾ ਵਾਂ, ਆਰਾਮ ਨਾਲ ਬ੍ਰੇਕਫਾਸਟ ਕਰਨਾ ਚਾਹੁੰਦਾ ਵਾਂ, yes sir, ਤੇ ਜੇ ਤੁਸੀਂ ਥੋੜਾ ਜਿਹਾ ਕੱਲ ਕਰ ਲਓ, ਘੰਟਾ ਲਗਾਇਓ, ਆਪਾਂ ਜ਼ਿਆਦਾ ਨਹੀਂ ਲਗਾਉਣਾ, ਕੱਲ 10 ਤੋਂ 11 ਹੀ ਲਗਾਉਂਗਾ ਮੈਂ ਬਸ, ਠੀਕ ਹੈ? yes sir, okay ਠੀਕ ਹੈ ਸਾਰੇ ਸਰ। ਐਗਰੀ ਹੋ ਨਾ? yes sir, ਹਾਂਜੀ ਬਸ ਫਿਰ ਕੱਲ 10 ਤੋਂ 11 1 ਘੰਟਾ, ਸਿਰਫ 1 ਘੰਟਾ ਦੋ ਗ੍ਰਾਫਸ ਨੂੰ ਡਿਸਕਸ ਕਰਕੇ ਆਪਾਂ ਇਹ ਕੁਝ ਹੋਰ ਪ੍ਰੋਬਲਮ ਡਿਸਕਸ ਕਰਾਂਗੇ। ਚੌਥੀ ਵਰਕਸ਼ੀਟ ਤੁਹਾਨੂੰ ਹੁਣੇ ਭੇਜ ਰਿਹਾ ਵਾਂ, ਤੇ ਫਿਰ ਆਪਾਂ ਕੱਲ ਜਿਹੜੀ ਇਹਦੀ ਪਿਛਲੀ ਪ੍ਰੋਬਲਮਸ ਵਗੈਰਾ ਸਾਰੀ ਹੁਣ ਦੇਖੋ ਸਾਰੀ ਆਪਾਂ ਕਰਾਂਗੇ, ਵਿੱਚ ਮਜ਼ਾ ਆਊਗਾ ਪੂਰਾ। ਹੁਣ ਠੀਕ ਹੈ? ਸਰ ਮੇਰਾ ਸਟੱਡੀ ਮਟੀਰੀਅਲ ਵੀ ਆ ਗਿਆ। ਆ ਗਿਆ? ਚਲੋ ਹੁਣ ਹੌਲੀ Yes, ਹੌਲੀ sir. ਆਊਗਾ ਸਾਰਿਆਂ ਦੇ ਕੋਲ, ਤੇ ਫਿਰ ਤੁਹਾਨੂੰ ਮੈਂ ਹੁਣ ਬੁਕਲੇਟ ਵਿੱਚੋਂ ਵੀ ਹੋਮਵਰਕ ਦੇ ਪਾਉਂਗਾ ਨਾ। सर हाले ना करो सर, साडियां नहीं हाले आईयां बुकलेट्स, ਨਹੀਂ ਹੁਣੇ ਨਹੀਂ, ਜੋ ਸਾਰਿਆਂ ਦੇ ਆਣਗੇ ਫਿਰ ਕਰਾਂਗੇ। okay sir, ਚਲੋ ਠੀਕ ਹੈ, ਓਕੇ ਜੀ, ਥੈਂਕ ਯੂ। thank you sir।